ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੈਂ ਹਾਂ ਮਦਨਦੀਪ ਔਰ ਮੇਰੇ ਨਾਲ ਨੇ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਜੀ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਮਦਨਦੀਪ ਜੀ। ਅੱਜ ਦੀ ਚਰਚਾ 'ਚ ਗੱਲ ਕਰਾਂਗੇ ਕਿ ਜੇਲ੍ਹ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕੀ ਅਪੀਲ ਕੀਤੀ ਹੈ ਸਿਮਰਨਜੀਤ ਸਿੰਘ ਮਾਨ ਨੂੰ। ਬਹੁਤ ਮਹੱਤਵਪੂਰਨ ਹੈ, ਚਰਚਾ ਕਰਾਂਗੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਉਂ ਡਰੇ ਹੋਏ ਆ, ਇਹਦੇ ਤੇ ਗੱਲ ਕਰਾਂਗੇ। ਭ੍ਰਸ਼ਟ ਮੰਤਰੀ ਧਰਮ ਸੋਤ ਦੇ ਹੱਕ ਵਿੱਚ ਧਰਨਾ ਲਾਉਣ ਵਾਲੇ ਕਾਂਗਰਸੀ ਨਵਜੋਤ ਸਿੰਘ ਸਿੱਧੂ ਦੀ ਸ਼ਰਨ 'ਚ ਜੇਲ੍ਹ ਕਿਉਂ ਗਏ ਆ, ਔਰ ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹੜਾ ਵੱਡਾ ਐਲਾਨ ਕੀਤਾ, ਔਰ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਵਿਦਿਆਰਥੀਆਂ ਦੇ ਸੰਘਰਸ਼ ਵਿੱਚ ਭਗਵੰਤ ਮਾਨ ਦੀ ਸਰਕਾਰ ਸ਼ਾਮਲ ਕਿਉਂ ਨਹੀਂ। ਇਹਦੇ ਤੇ ਗੱਲ ਕਰਾਂਗੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹੜਾ ਵੱਡਾ ਐਕਸ਼ਨ ਲਿਆ। ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਜੋਆਣਾ ਦੀ। ਜੇਲ੍ਹ ਦੇ ਵਿੱਚ ਉਹਨਾਂ ਨੇ ਕੀ ਅਪੀਲ ਕੀਤੀ ਹੈ ਸਿਮਰਨਜੀਤ ਸਿੰਘ ਮਾਨ ਨੂੰ। ਜੀ ਡਾਕਟਰ ਸਾਹਿਬ। ਦੇਖੋ ਮਦਨਦੀਪ ਜੀ, ਇਹ ਹੁਣ ਉਹਨਾਂ ਨੇ ਅਪੀਲ ਕਰੀ ਵੀ ਕਿਉਂਕਿ ਰਾਜੋਆਣਾ ਦੀ ਭੈਣ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤਾ ਉਹਨਾਂ ਨੂੰ, ਤੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਟਰਾਈ ਕੀਤੀ ਸੀਗੀ ਵੀ ਅਸੀਂ ਇਕੱਠੇ ਹੋ ਕੇ ਇੱਕ ਲੜ ਲਈਏ, ਪਰ ਉਹ ਸਿਮਰਨਜੀਤ ਸਿੰਘ ਮਾਨ ਨੇ ਕਿਉਂਕਿ ਆਪਦਾ ਕੈਂਡੀਡੇਟ ਪਹਿਲੇ ਅਨਾਉਂਸ ਕੀਤਾ ਸੀ। ਹੁਣ ਬਲਵੰਤ ਸਿੰਘ ਰਾਜੋਆਣਾ ਨੇ ਅਪੀਲ ਕਰੀ ਹੈ ਕਿ ਮੇਰੀ ਭੈਣ ਦੇ ਹੱਕ 'ਚ ਬੈਠ ਜਾਓ, ਇਹ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਸਿੱਖੀ ਵਾਸਤੇ ਬਹੁਤ ਜ਼ਰੂਰੀ ਹੈ। ਇਹ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰੀ ਹੈ। ਪਰ ਮੈਨੂੰ ਇਹਦੇ ਉੱਤੇ ਲੱਗਦਾ ਹੈ ਵੀ ਜਿਹੜੀ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਧਾਮੀ ਸਾਹਿਬ ਨੇ ਬੁਲਾਈ ਸੀ ਸੰਮੇਲਨ ਕਹਿ ਲਓ, ਜੋ ਵੀ ਕਹਿ ਲਓ, ਉਸਨੂੰ ਉਹਦੇ ਵਿੱਚ ਹੀ ਜੋ ਕੁਛ ਹੋਇਆ ਸੀ ਉਸ ਤੋਂ ਹੀ ਪਤਾ ਲੱਗਦਾ ਸੀ ਵੀ ਉੱਥੇ ਕਾਫੀ ਕੁਛ ਕਈ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਨੇ। ਇੱਕ ਪਾਸੇ ਤਾਂ ਉੱਥੇ ਦਾਦੂਵਾਲ ਸਾਹਿਬ ਆਏ ਹੋਏ ਸੀ। ਦਾਦੂਵਾਲ ਸਾਹਿਬ ਕਿਹਦੇ ਨਾਲ ਰਲੇ ਹੋਏ ਨੇ, ਕਿਹੜੀ ਉਹਨਾਂ ਨੂੰ ਛੱਤਰ ਛਾਇਆ ਹੈ, ਕਿਹਨਾਂ ਦੇ ਪੱਖੋਂ ਇਹ ਉਹਨਾਂ ਦਾ ਨਾਮ ਪ੍ਰਚਾਰਿਆ ਜਾ ਰਿਹਾ ਸੀ ਕਿ ਪੰਜਾਬ ਦੇ ਸੀਐਮ ਬਣ ਸਕਦੇ ਨੇ, ਜਿਨ੍ਹਾਂ ਨੂੰ ਭਾਵੇਂ ਅੱਜ ਵੋਟਾਂ ਭਾਵੇਂ ਆਪਾਂ ਨੂੰ ਪਤਾ ਹੈ ਕਿੰਨੀਆਂ ਕਮੀਆਂ ਤੇ ਸੀਟਾਂ ਮਿਲਣ ਦਾ ਕੋਈ ਕੁਐਸਚਨ ਨਹੀਂ ਰਿਹਾ। ਸੋ ਉਹਦੇ ਵਿੱਚ ਉਹ ਸੀਗੇ ਉੱਥੇ, ਉਹਨਾਂ ਨੇ ਕਿਹਾ ਵੀ ਇਹ ਸੁਖਬੀਰ ਬਾਦਲ ਕਮੇਟੀ 'ਚ ਹੋਣਾ ਹੀ ਨਹੀਂ ਚਾਹੀਦਾ। ਸੋ ਉਹ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਹੈ, ਇਹ ਚੋਣ ਨਾਲ ਵੱਡਾ ਮੁੱਦਾ ਹੈ। ਉਹਦੇ ਵਿੱਚ ਤਾਂ ਉਹ ਇਕੱਠੇ ਨਹੀਂ ਹੋਏ, ਅਜੇ ਤੱਕ ਉਹਦਾ ਕੋਈ ਫੈਸਲਾ ਨਹੀਂ ਹੋ ਸਕਿਆ। ਲੋਕ ਕਹਿੰਦੇ ਸੁਖਬੀਰ ਬਾਦਲ ਨੂੰ ਵਿੱਚ ਨਹੀਂ ਹੋਣਾ ਚਾਹੀਦਾ, ਇਹਨੂੰ ਨਹੀਂ ਹੋਣਾ ਚਾਹੀਦਾ, ਇਹਨੂੰ। ਤੇ ਦੂਜੇ ਪਾਸੇ ਉਸ ਦੇ ਉੱਤੇ ਰਿਹਾਈ ਦਾ ਮਾਮਲਾ ਸੀ ਤੇ ਉੱਥੇ ਮਤਾ ਪਾਸ ਕਰਿਆ ਗਿਆ, ਆਪਾਂ ਨੂੰ ਪਤਾ ਹੀ ਹੈ, ਇਹ ਮਾਨ ਸਾਹਿਬ ਨੇ ਕਰਵਾਇਆ ਕਿ ਵੀ ਜਿਹੜੇ ਖਾਲਿਸਤਾਨ ਦੇ ਹੱਕ 'ਚ ਨੂੰ ਅੱਖ ਦਬਾ ਕੇ ਹੱਥ ਨਾ ਖੜੇ ਕਰਿਓ, ਅੱਖ ਦਬਾ ਕੇ ਇਸ਼ਾਰਾ ਕਰ ਦਿਓ। ਸੋ ਉਹਦੇ ਵਿੱਚ ਜਦ ਅਸੀਂ ਇਹ ਦੇਖਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਵੀ ਜਿਹੜਾ ਵੱਡਾ ਮੁੱਦਾ ਸੀ ਸਿੱਖੀ ਦਾ, ਬੰਦੀ ਸਿੰਘਾਂ ਦੀ ਰਿਹਾਈ ਦਾ, ਉਹਦੇ ਉੱਤੇ ਇੱਕ ਮਤ ਨਹੀਂ ਤਾਂ ਦੂਜੇ ਪਾਸੇ ਇੱਕ ਮਤ ਹੋਣ ਦੀ ਸੰਭਾਵਨਾ ਘੱਟ ਜਾਂਦੀ। ਇਸ ਤੋਂ ਅਗਲਾ ਇੱਕ ਹੋਰ ਇਹਦੇ ਵਿੱਚ ਹੈਗਾ ਹੈ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ 2 ਵਾਰੀ MP ਰਹਿ ਚੁੱਕੇ ਨੇ, ਤੇ ਉਹਨਾਂ ਨੇ ਭਾਵੇਂ ਕਿ ਜਿਹੜੀ ਕੌਂਸਟੀਚੁਐਂਸੀ 'ਚੋਂ ਚੋਣ ਲੜੀ ਅਮਰਗੜ੍ਹ 'ਚੋਂ, ਉਹ ਭਾਵੇਂ ਸੰਗਰੂਰ ਦੀ ਲੋਕ ਸਭਾ ਦੀ ਸੀਟ ਦਾ ਹਿੱਸਾ ਨਹੀਂ ਹੈ, ਪਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈ ਯੂਨਾਈਟਿਡ ਅਕਾਲੀ ਦਲ, ਉਸ ਨੇ ਜਾਂ ਮਾਨ ਅਕਾਲੀ ਦਲ ਕਹਿ ਲਓ, ਉਸ ਨੇ ਜਿੰਨੀਆਂ ਸੀਟਾਂ ਲੜੀਆਂ ਇਸ ਸੀਟ ਦੇ ਲੋਕ ਸਭਾ ਦੇ ਵਿੱਚ ਹਲਕੇ 'ਚ ਪੈਂਦੀਆਂ, ਉਹਨਾਂ ਤੇ ਉਹਨਾਂ ਦੀ ਵੋਟ ਉਹਨਾਂ ਦੀ ਉਮੀਦ ਨਾਲੋਂ ਵੱਧ ਆਈ ਹੈ। ਤੇ ਇਸ ਕਰਕੇ ਉਹ ਇਹ ਤਾਂ ਨਹੀਂ ਚਾਹੁੰਗੇ ਵੀ ਅਸੀਂ ਆਪਦਾ ਹੱਕ, ਕਿਉਂਕਿ ਉਹਨਾਂ ਦਾ ਹੋਰ ਕਿਸੇ ਪਾਸੇ ਤਾਂ ਹੈ ਨਹੀਂ, ਉਹਨਾਂ ਦਾ ਆਲੇ ਦੁਆਲੇ ਸਾਰਾ ਜੋ ਕੁਛ ਹੈ ਸੰਗਰੂਰ ਦੇ ਵਿੱਚ ਹੀ ਹੈ, ਤੇ ਉਹ ਉਸਨੂੰ ਨਹੀਂ ਛੱਡਣਾ ਚਾਹੁੰਗੇ। ਖਾਸ ਕਰਕੇ ਉਦੋਂ ਜਦ ਉਹਨਾਂ ਨੇ ਪਹਿਲਾਂ ਹੀ ਆਪਣਾ ਕੈਂਡੀਡੇਚਰ ਅਨਾਉਂਸ ਕਰਤਾ ਸੀ, ਮਿਲਣ ਤੋਂ ਵੀ ਪਹਿਲਾਂ ਕਰਤਾ ਸੀ। ਸੋ ਇਸ ਕਰਕੇ ਜਿਨ੍ਹਾਂ ਨੇ ਪਹਿਲਾਂ ਹੀ ਆਪਦਾ ਕੈਂਡੀਡੇਟ ਅਨਾਉਂਸ ਕਰਤਾ, ਜਾਂ ਤਾਂ ਉਹਦੇ ਉੱਤੇ ਸਹਿਮਤੀ ਬਣਾ ਲੈਂਦਾ ਅਕਾਲੀ ਦਲ ਵੀ, ਠੀਕ ਹੈ ਜੀ ਮਾਨ ਸਾਹਿਬ ਨੂੰ ਅਸੀਂ ਸਾਰੇ ਸਪੋਰਟ ਕਰਦੇ ਹਾਂ, ਸਮਰਥਨ ਕਰਦੇ ਹਾਂ। ਹੁਣ ਅਕਾਲੀ ਦਲ ਆਪਣੀ ਗੱਲ ਤੇ ਉਹਨਾਂ ਨੇ ਇੱਕ ਪੱਤਾ ਖੇਡਿਆ, ਉਹਨਾਂ ਨੇ ਪੱਤਾ ਖੇਡਿਆ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਖੜਾ ਕਰਕੇ। ਇਹਦੇ ਵਿੱਚ ਮੈਨੂੰ ਗੱਲਾਂ ਲੱਗਦੀਆਂ ਨੇ, ਚਾਹੇ ਕੋਈ ਨੂੰ ਚੰਗਾ ਸਮਝੇ ਮਾੜਾ ਸਮਝੇ, ਜਿਵੇਂ ਇਹਨਾਂ ਨੇ ਆਪ ਵਾਲਿਆਂ ਨੇ ਸਾਧੂ ਸਿੰਘ ਦੀ ਬੇਟੀ ਨੂੰ ਖੜਾ ਕਰਿਆ, ਮਤਲਬ ਕਿ ਉਹੀ ਪਰਿਵਾਰਵਾਦ ਦੀ ਗੱਲ ਅਸੀਂ ਦਿੰਦੇ ਹਾਂ ਵੀ ਕਿਤੇ ਨਾ ਕਿਤੇ ਪਰਿਵਾਰ ਨੂੰ ਅਸੀਂ ਲੈ ਆਈਏ। ਕਾਂਗਰਸੀਆਂ ਤੇ ਹੁੰਦਾ ਸੀ ਵੀ ਉਹਦੇ ਸਿੱਧੂ ਮੂਸੇਵਾਲੇ ਦੇ ਬਾਪ ਨੂੰ ਖੜਾ ਕਰ ਦੋ। ਇਹ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਪਰਿਵਾਰ ਨੂੰ, ਇਹ ਜ਼ਰੂਰੀ ਨਹੀਂ ਹੁੰਦਾ ਪਰਿਵਾਰ 'ਚ ਸਾਰੇ ਬੰਦੇ ਉਸੇ ਪੱਧਰ ਦੇ ਹੋਣ, ਉਸੇ ਤਰ੍ਹਾਂ ਦੇ ਹੋਣ, ਪਰ
ਉਹ ਪਰਿਵਾਰਵਾਦ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ, ਇਹ ਵੀ ਇੱਕ ਕਿਸਮ ਦਾ ਪਰਿਵਾਰਵਾਦ ਦਾ ਹੀ ਇੱਕ ਨਿਸ਼ਾਨੀ ਹੈ। ਭਾਵੇਂ ਕਿ ਮਾਨ ਸਾਹਿਬ ਦੀ ਪਾਰਟੀ ਵੀ ਇਸ ਤੋਂ ਮੁਕਤ ਨਹੀਂ ਹੈ, ਕਿਉਂਕਿ ਮਾਨ ਵੀ ਤਾਂ ਅੱਜ ਕੱਲ੍ਹ ਬੜਾ ਲੀਡਰ ਹੈ ਉਹਨਾਂ ਦਾ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਅਕਾਲੀ ਦਲ ਵੱਲੋਂ ਜਿਹੜਾ ਇਹ ਕਿਹਾ ਜਾ ਰਿਹਾ ਸੀ, ਉਹ ਜਦ ਨਹੀਂ ਮੰਨਿਆ ਗਿਆ ਤਾਂ ਉਹਨਾਂ ਨੇ ਅਗਲਾ ਇੱਕ ਤਰੀਕਾ ਵਰਤਿਆ ਹੈ, ਜਿਹਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਤੋਂ ਅਪੀਲ ਕਰਾਈ ਹੈ, ਕਿਉਂਕਿ ਉਹਨਾਂ ਦੀ ਭੈਣ ਹੈ। ਉਸ ਅਪੀਲ ਨੂੰ ਹੋਰ ਤਰ੍ਹਾਂ ਲੋਕ ਲੈਣਗੇ, ਠੀਕ ਆਪਣੀ ਭੈਣ ਹੈ, ਉਹਦੇ ਵਾਸਤੇ ਉਹਨਾਂ ਨੇ ਅਪੀਲ ਕਰਤੀ। ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਇਹ ਮਾਨ ਸਾਹਿਬ ਨੇ ਉਹ ਆਪਣਾ ਪੂਰਾ ਐਡਾ ਵੱਡਾ ਜਿਹੜਾ ਪਿਛਲਾ ਸਮਾਂ ਹੈ, ਜਿਹਦੇ ਵਿੱਚ ਉਹ 2 ਵਾਰੀ ਜਿੱਤੇ ਵੀ ਨੇ, ਉਸ ਨੂੰ ਧਿਆਨ 'ਚ ਰੱਖਦੇ ਹੋਏ ਤੇ ਪਿਛਲੀਆਂ ਅਸੈਂਬਲੀ ਦੀਆਂ ਚੋਣਾਂ ਦੇ ਵੋਟਿੰਗ ਪੈਟਰਨ ਨੂੰ ਤਰੀਕੇ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਦੇ ਹੱਕ 'ਚ ਉਭਰੇ ਉਭਾਰ ਨੂੰ, ਖਾਸ ਕਰਕੇ ਵਿਸ਼ੇਸ਼ ਕਰਕੇ ਜਿਹੜਾ ਸਿੱਧੂ ਮੂਸੇਵਾਲਾ ਹੈ, ਜਿਵੇਂ ਦੀਪ ਸਿੱਧੂ ਉਹਨਾਂ ਦੇ ਨਾਲ ਗਿਆ ਸੀ ਪਹਿਲਾਂ, ਇੱਦਾਂ ਸਿੱਧੂ ਮੂਸੇਵਾਲਿਆਂ ਨੇ ਵੀ ਆਪਣੀ ਮੌਤ ਤੋਂ ਪਹਿਲਾਂ ਇਹਨਾਂ ਨਾਲ ਸਾਰੀ ਚਰਚਾ ਕਰੀ ਸੀ, ਇਹਨਾਂ ਦੇ ਨਾਲ ਸੀ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਮਾਨ ਸਾਹਿਬ ਆਪਣੇ ਜਿਹੜਾ, ਕਿਉਂਕਿ ਉਹ ਜਿਹੜੀ ਗੱਲ ਕਹਿ ਦਿੰਦੇ ਨੇ, ਉਹਨਾਂ ਕਹਿ ਤਾਂ ਮੈਂ ਕੁਰਬਾਨ ਲੈ ਕੇ ਜਾਊਂਗਾ, ਗਿਆ ਹੀ ਨਹੀਂ, 5 ਸਾਲ ਪਾਰਲੀਮੈਂਟ 'ਚ ਨਹੀਂ ਗਏ। ਡਾਕਟਰ ਸਾਹਿਬ ਇੱਕ ਗੱਲ ਬੜੀ ਅਜੀਬ ਲੱਗ ਰਹੀ ਹੈ, ਮੈਨੂੰ ਬਹੁਤ ਅਜੀਬ ਲੱਗ ਰਹੀ ਹੈ, ਸ਼ਾਇਦ ਤੁਸੀਂ ਬਹੁਤ ਮੈਚੁਰ ਹੋ, ਤੁਹਾਨੂੰ ਇਸ ਤਰ੍ਹਾਂ ਅਜੀਬ ਨਾ ਲੱਗਦੀ ਹੋਵੇ, ਕਿ ਇਸ ਤਰ੍ਹਾਂ ਸੱਤਾ ਦੇ ਵਿੱਚ ਵਿਸ਼ਵਾਸ ਜਿਹੜਾ ਹੈ ਬਹਾਲ ਹੋਣਾ, ਰਾਜੋਆਣਾ ਹੋਣਾ ਦਾ, ਜਿਹੜਾ ਰਾਜੋਆਣਾ ਸੱਤਾ ਦੇ ਖਿਲਾਫ ਆਪਣੀ ਸਾਰੀ ਉਮਰ, ਸਾਰੀ ਜਵਾਨੀ ਖਰਾਬ ਕਰ ਲਈ ਜਾਂ ਵਾਰ ਦਿੱਤੀ, ਉਹੀ ਰਾਜੋਆਣਾ ਹੁਣ ਇੱਕ ਸਿਰਫ MP ਦੀ ਸੀਟ ਪਿੱਛੇ ਅੰਦਰੋਂ ਅਪੀਲ ਕਰ ਰਹੇ ਨੇ ਜੇਲ੍ਹ ਦੇ ਵਿੱਚੋਂ। ਇਹ ਥੋੜੀ ਜਿਹੀ ਗੱਲ ਅਜੀਬ ਨਹੀਂ ਲੱਗਦੀ? ਨਹੀਂ, ਮੈਨੂੰ ਤੁਸੀਂ ਪਹਿਲਾਂ ਹੀ ਕਿਹਾ, ਜੋ ਮੇਰਾ ਜੋ ਤੁਹਾਡਾ ਵੀ ਬਹੁਤ ਤਜਰਬਾ, ਖੈਰ ਤੁਸੀਂ ਇਹ ਥੋੜੀ ਜ਼ਰਾ ਨਿਵਾਜ਼ੀ ਕਹਿ ਲਓ, ਹੰਬਲਨੈਸ ਕਹਿ ਲਓ, ਹਲੀਮੀ ਕਹਿ ਲਓ, ਤੁਸੀਂ ਕਹਿੰਦੇ ਨਹੀਂ ਇਸ ਤਰ੍ਹਾਂ ਹੋਏਗਾ। ਤੁਹਾਨੂੰ ਵੀ ਪਤਾ ਇਸ ਗੱਲ ਦਾ, ਮੈਨੂੰ ਵੀ ਪਤਾ ਹੈ। ਤੁਸੀਂ ਦੇਖੋ ਜਿਹੜੇ ਵਿਮਲ ਖਾਲਸਾ ਵਾਲੀਆਂ ਚੋਣ ਲੜੀਆਂ ਲੜੇ ਨਾ, ਸਾਰੇ ਮੰਡ ਸਾਹਿਬ, ਵਿਮਲ ਖਾਲਸਾ, ਤਿੰਦਰਪਾਲ ਸਿੰਘ, ਕੋਈ ਸ਼ੱਕ ਨਹੀਂ ਕਿਸੇ ਨੂੰ, ਇੱਥੋਂ ਕਿੱਥੇ ਗਏ ਸੀ। ਜੇ ਅਸਾਮ ਦੀ ਗੱਲ ਦੇਖੀਏ, ਪ੍ਰਫੁੱਲ ਕੁਮਾਰ ਮਹੰਤਾ, ਭਿਰਗੂ ਤੇ ਫੂਕਨ ਕੁਮਾਰ ਭਿਰਗੂ, ਸਾਰੇ ਚੋਣ ਲੜੇ। ਜੇ ਅਸੀਂ ਦੇਖੀਏ ਤਮਿਲਨਾਡੂ ਦੀ ਗੱਲ, ਤਮਿਲ ਐਲਮ ਵਾਲੇ, ਜੇ ਜਿੰਨੇ DMK ਵਗੈਰਾ ਜੋ ਵੀ ਕਰਦੇ ਸੀਗੇ। ਜੇ ਅਸੀਂ ਇੱਧਰ ਦੇਖੀਏ ਪੰਜਾਬ ਦੇ ਵਿੱਚ, ਮਾਨ ਸਾਹਿਬ ਵੀ ਉਹਨਾਂ ਦੇ ਨਾਲ ਹੀ ਸੀ, ਮਾਨ ਸਾਹਿਬ ਵੀ ਪਹਿਲਾਂ ਕੋਈ ਚੋਣ ਦੇ ਉਸ 'ਚ ਨਹੀਂ ਸੀਗੇ। ਸੋ ਇਹ ਸਾਰੇ ਜਿਹੜੇ ਹੈਗੇ ਨੇ, ਇਹ ਰਾਜੋਆਣਾ ਦਾ ਇਹ ਕਹਿਣਾ ਚੋਣ ਦੇ ਵਿੱਚ ਜਾਣਾ ਕੋਈ ਔਲੋਕਾਰ ਕੰਮ ਨਹੀਂ ਹੈ, ਕਿਉਂਕਿ ਵੀ ਤੁਸੀਂ ਕੋਈ ਕਰਦੇ ਹੋ, ਇੱਕ ਵਿਅਕਤੀਗਤ ਇਸ਼ੂ ਸੀਗਾ ਜਿਹੜਾ ਉਹਨਾਂ ਨੇ ਕਰ ਲਿਆ। ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਕੋਈ ਉਹਨਾਂ ਨੂੰ ਚੋਣ ਤੋਂ ਕੋਈ ਪਹਿਲਾਂ ਵੀ ਗਰੇਜ਼ ਸੀ ਜਾਂ ਹੁਣ ਵੀ ਗਰੇਜ਼ ਹੈ। ਬਲਕਿ ਇਹ ਗੱਲ ਜ਼ਰੂਰ ਹੈ ਵੀ ਇੱਕ ਉਹਦੀ ਕਿਸਮ ਦਾ ਹੁੰਦਾ ਵੀ ਹੁਣ ਚੋਣ ਦੇ ਵਾਸਤੇ ਉਹਨਾਂ ਨੂੰ ਇੱਕ ਆਧਾਰ ਆਪਦਾ ਹੈਗਾ ਕਿ ਠੀਕ ਹੈ ਜੀ, ਮੈਂ ਕੌਮ ਦਾ ਵਾਸਤੇ ਕੁਰਬਾਨੀ ਕਰ ਰਿਹਾ ਤੇ ਸਾਨੂੰ ਸਾਡੇ ਪਰਿਵਾਰ ਨੂੰ ਕੁਛ ਨਾ ਕੁਛ ਇਹਦਾ ਸਿਲਾ ਮਿਲਣਾ ਚਾਹੀਦਾ। ਇਹੋ ਜਿਹੀ ਗੱਲ ਹੋ ਸਕਦੀ ਹੈ ਨਾ, ਕਿਉਂਕਿ ਇੰਨਾ ਕੁਝ ਕਾਹਦੇ ਲਈ, ਜੇ ਤੁਸੀਂ ਫਿਰ ਉਸੇ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਉਹਦਾ ਹਿੱਸੇਦਾਰ ਬਣਨਾ ਹੈ ਤੇ ਫਿਰ ਇੰਨਾ ਖੂਨ ਖਰਾਬਾ ਕਾਹਦੇ ਲਈ? ਇਹ ਇੱਕ ਸਵਾਲ ਤਾਂ ਹੈ। ਨਹੀਂ, ਇਹ ਸਵਾਲ ਜੇ ਅਸੀਂ ਉਦੋਂ ਵੀ ਪਿੱਛੇ ਜਾਈਏ, ਨਕਸਲਾਈਟ ਮੂਵਮੈਂਟ ਸੀ, ਨਕਸਲਾਈਟ ਮੂਵਮੈਂਟ 'ਚ ਬੜਾ ਜੋਸ਼ ਦਾ ਬਸ ਵੀ ਇਹਦੇ 'ਚ ਕੁਛ ਨਹੀਂ ਮਿਲਣਾ। ਕਿੰਨੇ ਟੋਟੇ ਹੋ ਗਏ, ਕੁਛ ਟੋਟੇ ਤਾਂ ਚੋਣਾਂ ਲੜਦੇ ਨੇ, ਬਾਕਾਇਦਾ ਨਾਮ ਫਿਰ ਵੀ ਉਹੀ ਰੱਖਦੇ ਨੇ, ML, CPI ML, ਕੋਈ ਲਿਬਰੇਸ਼ਨ ਕਹਿੰਦਾ ਹੈ, ਕੋਈ ਕਹਿੰਦਾ ਹੈ। ਸੋ ਇਹ ਜਿਹੜਾ ਹੈਗਾ ਹੈ ਚੋਣਾਂ ਦੇ ਵਿੱਚ ਜਾਣਾ, ਕਿਉਂਕਿ ਇਹ ਜਿਹੜਾ ਨਾ ਸਾਡਾ ਸਿਸਟਮ ਹੈ, ਸਰਮਾਇਆਦਾਰੀ ਕਾਰਪੋਰੇਟ ਰੂਪ ਜਿਹੜਾ ਚਲਾ ਗਿਆ, ਉਹਦੇ 'ਚ ਤਾਕਤ ਇੰਨੀ ਆ ਵੀ ਉਹ ਕਿਸੇ ਨਾ ਕਿਸੇ ਨਾਲ ਖਿੱਚ ਲੈਂਦਾ। ਲੋਕਾਂ ਨੂੰ ਐਂ ਲੱਗਦਾ ਵੀ ਯਾਰ ਇਹਦੇ ਵਿੱਚੋਂ, ਹਾਲਾਂਕਿ ਦੂਜਾ ਪਾਸਾ ਇਹਦੇ 'ਚ ਦੋ ਗੱਲਾਂ, ਜੇ ਆਪਾਂ ਹੁਣ ਇਹ ਸਵਾਲ ਰੇਜ਼ ਹੀ ਕਰਿਆ, ਮੈਂ 1 ਮਿੰਟ 'ਚ ਇਹ ਗੱਲਾਂ ਦੋ ਐਕਸਪਲੇਨ ਕਰਨੀਆਂ ਚਾਹਾਂਗਾ ਜੀ। ਬਸ ਹੈ ਕਿ ਜੇ ਚੋਣਾਂ 'ਚ ਬਿਲਕੁਲ ਪਾਰਟੀਸਪੇਟ ਨਹੀਂ ਕਰਨਾ ਤੇ ਵਿਅਕਤੀਗਤ ਕੋਈ ਮੂਵਮੈਂਟ ਲਾਂਚ, ਵਿਅਕਤੀਗਤ ਬਹਾਦਰੀ ਦਾ ਸਵਾਲ ਉਹ ਚੱਲਦਾ ਹੈ। ਇੱਕ ਪਾਸੇ ਇਹ ਹੈ ਕਿ ਚੋਣਾਂ ਦੇ ਵਿੱਚ ਹੀ, ਚੋਣਾਂ ਰਾਹੀਂ ਹੀ ਤੁਸੀਂ ਕੋਈ ਬਦਲਾਅ ਲਿਆ ਸਕਦੇ ਹੋ। ਪਰ ਇੱਕ ਤੀਜਾ ਹੈਗਾ, ਉਹ ਤੀਜਾ ਕੀ ਹੈ? ਉਹ ਤੀਜਾ ਇਹ ਹੈ ਕਿ ਨਾ ਤਾਂ ਵਿਅਕਤੀਗਤ ਕਤਲਾਂ ਜਾਂ ਵਿਅਕਤੀਗਤ ਸੂਰਮਗਤੀ ਦੀਆਂ ਗਤੀਵਿਧੀਆਂ ਨਾਲ ਕੋਈ ਇੱਥੇ ਤਬਦੀਲੀ ਆਉਣੀ ਹੈ, ਨਾ ਇਹ ਜਿਹੜੀਆਂ ਪਾਰਲੀਮੈਂਟਰੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਇਹਨਾਂ 'ਚ ਬਹੁਤ ਜ਼ਿਆਦਾ ਹਿੱਸਾ ਲੈ ਕੇ ਤੇ ਇਹਨਾਂ 'ਤੇ ਸਾਰਾ ਜ਼ੋਰ ਲਾ ਕੇ ਇਹਦੇ ਨਾਲ ਕੋਈ ਤਬਦੀਲੀ ਆਉਣੀ ਹੈ। ਇਹਨੂੰ ਮਾੜਾ ਮੋਟਾ ਤੁਸੀਂ ਆਪਦੇ ਹੱਕ 'ਚ ਵਰਤ ਸਕਦੇ ਹੋ ਤਾਂ ਵਰਤ ਲਓ, ਪਰ ਤੁਹਾਡਾ ਮੁੱਖ ਉਦੇਸ਼ ਜਿਹੜਾ ਬਦਲਾਅ ਲਿਆਉਂਦਾ ਹੈ, ਹਾਂ ਪੱਕੀ ਬਦਲਾਅ, ਜਿਹਦੇ ਨਾਲ ਸਾਰਾ ਲੋਕਾਂ ਨੂੰ ਰੁਜ਼ਗਾਰ, ਕਿਰਤ ਦਾ ਮੁੱਲ, ਬਰਾਬਰਤਾ, ਜਾਤ ਪਾਤ, ਔਰਤ ਦੀ ਇੱਜ਼ਤ,
ਜ਼ੁਲਮਾਂ ਦਾ ਖਾਤਮਾ, ਭ੍ਰਿਸ਼ਟਾਚਾਰ ਦਾ ਖਾਤਮਾ ਹੋਣ ਵਾਲੀ ਗੱਲ ਹੈ, ਉਹ ਆਏਗੀ ਲਹਿਰਾਂ ਦੇ ਨਾਲ। ਇਤਿਹਾਸ ਹਮੇਸ਼ਾ ਬਦਲਿਆ ਲਹਿਰਾਂ ਦੇ ਨਾਲ, ਵਿਅਕਤੀਗਤ ਕਾਰਵਾਈਆਂ ਨਾਲ ਇਤਿਹਾਸ ਨਹੀਂ ਬਦਲਿਆ, ਵਿਅਕਤੀ ਬੜੇ ਮਹਾਨ ਹੋਏ ਨੇ। ਸੋ ਇਹ ਅਸੀਂ ਸਿੱਖੀ ਦਾ ਦੇਖੀਏ, ਸਾਰੀ ਦੀ ਸਾਰੀ ਲਹਿਰ ਸੀ, ਉਹ ਕੁਰਬਾਨੀਆਂ ਤਾਂ ਬਹੁਤ ਸੀਗੀਆਂ ਵਿਅਕਤੀਗਤ, ਪਰ ਉਹ ਲਹਿਰ ਦੇ ਨਾਲ ਜੁੜੀਆਂ ਹੋਈਆਂ ਸੀ। ਸੋ ਜੇ ਤਾਂ ਲਹਿਰ ਅਸੀਂ ਉਸਾਰੀਏ ਪੈਰਲਲ, ਜਿਹੜੀ ਕਿ ਲੋਕਾਂ ਨੂੰ ਉਠਾਵੇ, ਫਿਰ ਤਾਂ ਗੱਲ ਵਧੀਆ। ਇੱਕ ਬਹਾਦਰ ਕਿਸੇ ਜ਼ਾਲਮ ਦਾ ਜਾਂ ਕਿਸੇ ਦਾ ਵੀ ਜਿਹੜਾ ਉਹਦਾ ਵਿਰੋਧੀ ਉਹਦਾ ਕਤਲ ਕਰ ਦਿੰਦਾ ਹੈ ਔਰ ਐਂ ਡਟ ਕੇ ਕਰ ਦਿੰਦਾ ਹੈ, ਤਾਂ ਉਹਦਾ ਮਤਲਬ ਇਹ ਨਹੀਂ ਹੈ ਵੀ ਉਹ ਲੋਕਾਂ ਦੀ ਲਹਿਰ ਬਣ, ਜਾਂ ਉਹ ਲੋਕਾਂ ਦੇ ਹੱਕ 'ਚ ਹੋਊਗੀ ਜਾਂ ਲੋਕਾਂ ਦੇ ਉਲਟ। ਉਹ ਲੋਕਾਂ ਜਿੰਨਾ ਚ ਲਹਿਰ, ਅਸਲ 'ਚ ਬਦਲਾਅ ਹੋਣਾ ਕਿੱਥੇ ਹੈ? ਬਦਲਾਅ ਤਾਂ ਲੋਕਾਂ 'ਚ ਹੋਣਾ ਨਾ, ਲੋਕਾਂ ਦੇ ਇੱਕ ਵਿਚਾਰ ਬਦਲਨੇ ਨੇ। ਉਹ ਵਿਚਾਰ ਲਹਿਰਾਂ ਤੋਂ ਬਗੈਰ ਨਹੀਂ ਬਦਲੇ ਜਾ ਸਕਦੇ। ਚੰਗੇ ਲੀਡਰ ਕਹਿੰਦੇ ਚੰਗਾ ਲੀਡਰ ਚੁਣੋ ਜੀ, ਚੰਗਾ ਲੀਡਰ ਕਰੂ ਸਿਸਟਮ ਤਾਂ ਤੁਸੀਂ ਇੱਕ ਚੌਕਟੇ ਦੇ ਵਿੱਚ, ਜਿਹੜਾ ਚੌਕਟਾ ਹੈ ਉਹਦੇ ਜਿਹਾ ਜਿਹਾ ਮਰਜ਼ੀ ਕੋਲ ਪਾ ਦੋ, ਉਹਨੇ ਜੰਮ ਕੇ ਉਹਦਾ ਸ਼ਕਲ ਤਾਂ ਉਹੀ ਬਣਿਆ ਜਿਹਾ ਜਿਹਾ ਚੌਕਟਾ ਹੈ। ਸੋ ਸਾਡਾ ਚੌਕਟਾ ਸਰਮਾਏਦਾਰੀ ਦਾ, ਲੁੱਟ ਦਾ, ਮੁਨਾਫੇ ਤੇ ਆਧਾਰਿਤ ਹੈ, ਲੋਕਾਂ ਦੀ ਕਿਰਤ ਤੋਂ ਵਿਹਲੇ ਕਰਨ ਦਾ, ਬੇਰੁਜ਼ਗਾਰੀ ਪੈਦਾ ਕਰਨ ਦਾ, ਕਿਉਂਕਿ ਉਹ ਲੁੱਟਦਾ। ਇਸ ਕਰਕੇ ਭ੍ਰਿਸ਼ਟਾਚਾਰ ਵੀ ਉਹ 'ਚ ਸ਼ਾਮਲ ਹੈ, ਇਸ ਕਰਕੇ ਵਿਅਕਤੀਗਤ ਕਾਰਵਾਈਆਂ ਵੀ ਉਹ 'ਚ ਸ਼ਾਮਲ ਨੇ, ਵਿਅਕਤੀਗਤ ਬਹਾਦਰੀ ਵੀ ਸ਼ਾਮਲ ਹੈ। ਸੋ ਉਹਦੇ ਬਦਲਾਅ ਦੇ ਵਿੱਚ ਵਿਅਕਤੀਆਂ ਦੀ ਲੋੜ ਹੁੰਦੀ ਹੈ, ਨੇਤਾ ਦੀ ਲੋੜ ਹੁੰਦੀ ਹੈ। ਜਿਵੇਂ ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਲਹਿਰ ਸ਼ੁਰੂ ਕੀਤੀ ਤਾਂ ਬਹੁਤ ਸਾਰੇ ਲੋਕ ਪਾਰਟਿਸਿਪੇਟ ਕਰਦੇ ਸੀ। ਸੋ ਅੱਜ ਲਹਿਰ ਦੀ ਲੋੜ ਹੈ। ਬਾਕੀ ਤਾਂ ਉਹ ਜਿਹੜੇ ਵਿਅਕਤੀਗਤ ਗਤੀਵਿਧੀਆਂ ਕਰਦੇ ਨੇ, ਉਹ ਆਖਰਕਾਰ ਇਹਦੇ ਵਿੱਚ ਹੀ ਸਮਾਉਂਦੇ ਨੇ। ਕੋਈ ਔਲਾਕਾਰ ਗੱਲ ਨਹੀਂ ਮੇਰੇ ਵਾਸਤੇ ਐਟਲੀਸਟ। ਪਰ ਸਾਹਿਬ, ਅਗਲੀ ਖਬਰ ਵੱਲ ਵਧਦੇ ਹਾਂ ਜੀ। ਕਹਿੰਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ, ਬਹੁਤ ਡਰੇ ਹੋਏ ਆ ਜੀ। ਕਹਿੰਦੇ ਕਿ ਉਹਨਾਂ ਨੂੰ ਲੱਗਦਾ ਹੈ ਵੀ ਪਤਾ ਨਹੀਂ ਕਿਤੇ ਉਹਨਾਂ ਦੇ ਖਿਲਾਫ ਵੀ ਘੇਰਾਬੰਦੀ ਨਾ ਹੋ ਜਾਏ ਨਵੀਂ ਸਰਕਾਰ ਦੀ, ਕਿਉਂਕਿ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਮੂਵਮੈਂਟ ਚੱਲੀ ਹੋਈ ਹੈ, ਸਰਕਾਰ ਨੇ ਜਿਹੜੀ ਮੂਵਮੈਂਟ ਚਲਾਈ ਹੋਈ ਹੈ, ਉਹਦੇ ਵਿੱਚ ਇੱਕ ਚੰਨੀ ਸਾਹਿਬ ਦੇ ਬਹੁਤ ਨਜ਼ਦੀਕੀ ਠੇਕੇਦਾਰ ਇਕਬਾਲ ਸਿੰਘ ਨੂੰ ਅਰੈਸਟ ਕਰ ਲਿਆ ਸਰਕਾਰ ਨੇ, ਔਰ ਮਾਈਨਿੰਗ ਦਾ ਮਾਮਲਾ ਵੀ ਇਹਦੇ ਵਿੱਚ ਸ਼ਾਮਲ ਹੈਗਾ। ਸੋ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਡਰ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾਇਜ਼ ਹੋ ਸਕਦਾ ਹੈ। ਜੇ ਡਰ ਹੈ ਤਾਂ ਉਹਨਾਂ ਨੂੰ ਕਾਹਦਾ ਡਰ ਹੈ? ਦੇਖੋ, ਪਹਿਲੀ ਗੱਲ ਮੈਂ ਇਹ ਕਹਾਂਗਾ, ਚਰਨਜੀਤ ਸਿੰਘ ਚੰਨੀ ਜੀ ਜਿੰਨਾ ਚਿਰ ਉਹ ਮੰਤਰੀ ਸੀਗੇ, ਉਹ ਫਿਰ ਵੀ ਇੱਕ ਹੱਦ ਦੇ ਵਿੱਚ ਰਹੇ। ਹਾਲਾਂਕਿ ਬਹੁਤ ਸਾਰੇ ਉਹਨਾਂ ਤੇ ਇਤਰਾਜ਼ ਸੀਗੇ ਬਹੁਤ ਸਾਰੀਆਂ ਗੱਲਾਂ ਦੇ, ਪਰ ਜਦੋਂ CM ਬਣ ਗਏ, ਉਹਨੂੰ ਐਂ ਲੱਗਣ ਲੱਗਾ ਵੀ ਮੈਂ ਤਾਂ ਬਸ ਹੁਣ ਮੈਂ ਹੀ ਹੋ ਗਿਆ, ਹੋਰ ਕੋਈ ਦੁਨੀਆ 'ਚ ਰਿਹਾ ਨਹੀਂ, ਵਿਚਾਰ ਵੀ ਨਹੀਂ ਕਰਦਾ, ਮਸੇ ਹੱਦ ਜੇ ਉਹ। ਉਹਨਾਂ ਨੇ ਉਹ 3 ਮਹੀਨੇ ਜਿਹੜੇ ਲਾਏ, 4 ਮਹੀਨੇ, ਉਹ 4 ਮਹੀਨਿਆਂ ਦੇ ਵਿੱਚ ਜੋ ਕਾਂਗਰਸ ਦਾ ਭੱਠਾ ਵੇਖਿਆ ਉਹਨਾਂ ਦੇ ਘਰ, ਉਹਨਾਂ ਦੀਆਂ ਗਤੀਵਿਧੀਆਂ ਜਿਹੋ ਜਿਹੀਆਂ ਕਰੀਆਂ। ਪਹਿਲਾਂ ਕਾਂਗਰਸ ਨੂੰ ਲੱਗਦਾ ਜੀ ਵੀ ਕਮਾਲ ਹੈ, ਆਪਾਂ ਤਾਂ ਹੁਣ ਹੀ ਜਿੱਤ ਜਾਣਾ ਹੈ, ਆਪਾਂ ਤਾਂ ਆਹ ਹੋ ਜਾਣਾ ਹੈ, ਮੋਦੀ ਸਾਹਿਬ ਨੂੰ ਆਹ ਕਹਿਤਾ। ਉਹ ਉਹਨਾਂ ਨੂੰ ਸਮਝ ਹੀ ਨਹੀਂ ਆਈ ਵੀ ਗੱਲ ਕਿੱਥੇ ਜਾ। ਇਸ ਕਰਕੇ ਜਿਹੜਾ ਉਹਨਾਂ ਦਾ ਭਾਰਜੀ ਦਾ ਐਡਾ ਵੱਡਾ ਸਕੈਂਡਲ ਸੀ, ਉਹਨੂੰ ਵੀ ਕਾਂਗਰਸ ਦੀ ਪੂਰੀ ਕੇਂਦਰੀ ਕਮੇਟੀ, ਖੜਗੇ ਸਾਹਿਬ ਡਿਫੈਂਡ ਕਰਦੇ ਨੇ। ਪਹਿਲਾਂ ਮੈਂ ਸੋਚਿਆ ਵੀ ਜਿਹੜਾ ਸੁਰਜੇਵਾਲਾ ਨੇ ਬਿਆਨ ਦਿੱਤਾ ਉਹ ਸ਼ਾਇਦ ਗਰਮੀ 'ਚ ਦਿੱਤਾ ਹੋਵੇ, ਉਹਨੂੰ ਡਿਫੈਂਡ ਕਰਕੇ ਆਏ ਨੇ। ਉਦੋਂ ਬਾਅਦ ਕੀ ਹੋਇਆ? ਜਿਹੜੇ ਬੰਦੇ ਫੜੇ ਜਾ ਰਹੇ ਨੇ ਉਹਨਾਂ ਕੋਲ ਚੰਨੀ ਸਾਹਿਬ, ਹੁਣ ਜੇ ਚੰਨੀ ਸਾਹਿਬ ਆਪ ਉਹਨਾਂ ਬੰਦਿਆਂ ਦੇ ਕੋਲ ਜਾਂਦੇ ਨੇ, ਉਹਨਾਂ ਦੇ ਨਾਲ ਰਿਸ਼ਤਾ ਰੱਖਦੇ ਨੇ, ਉਹਨਾਂ ਦੇ ਨਾਲ ਹੱਥ ਮਿਲਾ ਕੇ ਬੈਠਦੇ ਨੇ, ਸਾਂਝ ਪਾਉਂਦੇ ਨੇ, ਤੇ ਫਿਰ ਜਿਹੜੇ ਉਹਨਾਂ ਦੇ ਕੁਕਰਮ ਨੇ, ਉਹ ਬੰਦੇ ਨੂੰ ਤਾਂ ਸਮਝ ਆ ਜਾਂਦੀ ਵਿੱਚ ਚੰਨੀ ਸਾਹਿਬ ਦੇ ਨੇ ਖਾਸ ਇਹ। ਅਗਲਾ ਉਹਨੂੰ ਉਹੀ ਨਜਾਇਜ਼ ਦੇਣ ਨੂੰ ਤਿਆਰ ਹੋ ਜਾਂਦਾ। ਕੰਮ ਤਾਂ ਉਹਨਾਂ ਦੇ ਰਾਹੀਂ ਕੰਮ ਵੀ ਹੁੰਦੇ ਨੇ, ਉਹਨਾਂ ਦੇ ਕਹੇ ਤੋਂ ਕੰਮ ਅਫਸਰ ਕਰਨ ਲੱਗ ਜਾਂਦੇ ਨੇ। ਸੋ ਚੰਨੀ ਸਾਹਿਬ ਇਹ ਤੋਂ ਮੁਕਤ ਨਹੀਂ ਹੋ ਸਕਦੇ। ਜਾਂ ਤਾਂ ਚੰਨੀ ਸਾਹਿਬ ਉਹ ਨਾਤਾ ਤੋੜ ਕੇ ਰੱਖਦੇ ਵੀ ਦੇਖੋ ਮੈਂ ਹੁਣ CM ਆ, ਪਹਿਲਾਂ ਜੋ ਤੁਸੀਂ ਮੇਰੇ ਸਾਹਿਬ, ਪਰ ਹੁਣ ਰਿਸ਼ਤੇਦਾਰੀ ਦਾ ਕੋਈ ਮਾਮਲਾ ਨਹੀਂ, ਤੇ ਇਹ ਏਦਾਂ ਕਰਨਾ ਹੁੰਦਾ, ਆਪਦੇ ਆਪ ਨੂੰ ਵੱਖਰਾ ਰੱਖਣਾ। ਹੁਣ ਤਾਂ ਵੱਖਰਾ ਰੱਖਿਆ ਹੀ ਨਹੀਂ। ਚੰਨੀ ਸਾਹਿਬ ਨੇ ਤਾਂ ਆਪਦਾ ਕੋਈ ਰਿਸ਼ਤੇਦਾਰ, ਸ਼ਾਇਦ ਆਪਦਾ ਬੇਟਾ ਹੀ ਸੀ, ਮੀਟਿੰਗ 'ਚ ਬਿਠਾ ਲਿਆ ਸੀ, ਫਿਰ ਕਹਿੰਦੇ ਨਹੀਂ ਉਹ ਆਇਆ ਸੀ। ਸੋ ਇਹ ਕਈ ਵਾਰੀ ਨਾ ਬੰਦਿਆਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜਾ ਅਹੁਦਾ ਹੈ ਤੇ ਪਰਿਵਾਰ ਹੈ, ਦੋ ਵੱਖਰੀਆਂ ਚੀਜ਼ਾਂ ਹੁੰਦੀਆਂ ਨੇ। ਉਹਦਾ ਵਿਅਕਤੀ ਕੋਲ ਹੈ, ਪਰਿਵਾਰ ਕੋਲ ਨਹੀਂ। ਪਰ ਸਾਡੀ ਕਿਉਂਕਿ ਸਿਆਸਤ ਇਸ ਪਾਸੇ ਚੰਨੀ ਸਾਹਿਬ ਨੂੰ ਡਰ ਇਸ ਗੱਲ ਦਾ ਹੈ ਕਿ ਚੰਨੀ ਸਾਹਿਬ ਦਾ ਭਾਂਜਾ ਤਾਂ ਆਪਾਂ ਦੇਖਿਆ ਹੀ ਹੈ, ਜਿਹੜੇ ਉਹਨਾਂ ਦੇ ਆਲੇ ਦੁਆਲੇ ਨੇ ਉਹ ਵੀ ਉਹਦੇ 'ਚ ਇਨਵੋਲਵ ਸੀਗੇ, ਉਹ ਫੜੇ ਜਾ ਰਹੇ ਨੇ। ਹੁਣ ਉਹ ਇੰਨੇ ਤਾਂ ਹੈ ਨਹੀਂ ਵੀ ਉਹ ਦੱਸਣਗੇ ਨਹੀਂ, ਇੰਨੇ ਤਕੜੇ ਨਹੀਂ ਹੁੰਦੇ ਇਹ ਐਡਾ, ਜਿਹੜੇ ਨਾ ਕੱਚੇ ਚੋਰ ਨੇ, ਇਹ ਚੋਰੀ ਵੱਡੀ ਕਰਦੇ ਨੇ, ਹੈਗੇ ਕੱਚੇ ਚੋਰ, ਤੇ ਇਹਨਾਂ ਨੇ ਤਾਂ ਫਟਾਫਟ ਦੇਣਾ। ਵੱਡੇ ਜਿਹੜੇ ਨਾ ਆਪਦੇ ਆਪ ਨੂੰ ਫੀਸ ਦੇਣ ਨੂੰ ਤਿਆਰ ਹੁੰਦੇ ਸੀ, ਉਹ ਜਾ ਕੇ ਪੁਲਿਸ ਦੇ ਸਾਹਮਣੇ, ਇਹਨਾਂ ਨੇ ਵਿਚਾਰਿਆਂ ਨੇ ਕੀ ਕਰਨਾ, ਇਹ ਤਾਂ ਪੈਸੇ ਦੇ ਇਕੱਠੇ ਕਰਨ ਵਾਲੇ ਸੀਗੇ, ਇਹ ਜਦ ਇਹਨਾਂ ਦੇਖਿਆ ਹੁਣ ਫਟਾਫਟ ਉਗਲ ਦੇਣਾ। ਔਰ ਚੰਨੀ ਸਾਹਿਬ ਦੇ ਸੈਂਕਸ਼ਨ ਤੋਂ ਬਗੈਰ ਇਹ ਹੋ ਨਹੀਂ ਸਕਦਾ ਸੀ। ਸੋ ਚੰਨੀ ਸਾਹਿਬ ਆਪਦੇ ਅੰਦਰਲੇ ਤੋਂ ਜ਼ਿਆਦਾ ਡਰੇ ਹੋਏ ਨੇ। ਸਰਕਾਰ ਤਾਂ ਪਤਾ ਨਹੀਂ ਉਹਨਾਂ ਨੂੰ ਕੁਝ ਕਰੂ ਜਾਂ ਨਹੀਂ ਕਰੂਗੀ, ਤੇ ਉਹਨਾਂ ਨੂੰ ਫੜੂ ਨਹੀਂ ਫੜੂ, ਫੜਨ ਦੀ ਲੋੜ ਵੀ ਪਊ ਜਾਂ ਨਹੀਂ, ਫੜਨਾ ਚਾਹੀਦਾ ਵੀ ਜਾਂ ਨਹੀਂ, ਤੱਕ ਉਹਨਾਂ ਦਾ ਕਸੂਰ ਹੋਣ ਦੇ ਬਾਵਜੂਦ ਇਹ ਤਾਂ ਵੱਡੇ ਸਵਾਲ ਨੇ। ਕਿਉਂਕਿ ਬਾਦਲ ਸਾਹਿਬ ਨੂੰ ਵੀ ਫੜਿਆ ਸੀ,
ਅਮਰਿੰਦਰ ਸਿੰਘ ਨੇ, ਉਹ ਪਤਾ ਹੀ ਆਪਾਂ ਨੂੰ ਫਿਰ ਕੀ ਹੋਇਆ ਸੀ। ਸੋ ਚੰਨੀ ਸਾਹਿਬ ਨੂੰ ਚੰਨੀ ਸਾਹਿਬ ਆਪਦੇ ਅੰਦਰਲੇ ਡਰੋਂ ਡਰੇ ਹੋਏ ਨੇ, ਇਸ ਕਰਕੇ ਡਰ ਹੈ। ਇਹ ਕੋਈ ਡਰ ਬਾਹਰਲਾ ਦਬਕਾ ਨਹੀਂ ਹੈ, ਇਹ ਅੰਦਰਲਾ ਡਰ ਹੈ। ਅਜੇ ਤਾਂ ਬਾਹਰਲਾ ਤਾਂ ਜਦ ਆਊਗਾ ਉਦੋਂ ਪਤਾ ਲੱਗੂ, ਅਜੇ ਤਾਂ ਆਲੇ ਦੁਆਲੇ। ਪਰ ਇਲਜ਼ਾਮ ਤਾਂ ਪਿਛਲੀ ਸਰਕਾਰ ਤੇ ਬਹੁਤ ਵੱਡੇ ਵੱਡੇ ਆ। ਅਮਰਿੰਦਰ ਸਰਕਾਰ ਦੀ ਜਿਹੜੀ ਪਿਛਲੀ ਸਰਕਾਰ ਸੀ, ਜ਼ਮੀਨ ਸਸਤੇ ਭਾਅ ਵੇਚਣ ਦੇ, ਉਹਦੇ ਵਿੱਚੋਂ ਜਿਵੇਂ ਪਤਾ ਹੀ ਹੈ ਸਾਨੂੰ। ਪਰ ਉਹਦਾ ਅੱਗੇ ਜਾ ਕੇ ਦੁਬਾਰਾ ਕੁਝ ਬਣਦਾ ਜਾਂ ਨਹੀਂ ਬਣਦਾ, ਇਹ ਵੇਖਣ ਵਾਲੀ ਗੱਲ ਆ। ਪਰ ਐਕਸ਼ਨ ਸਰਕਾਰ ਦੇ ਵੱਡੇ ਆ। ਸਰਕਾਰ ਨੇ ਡਰਾਏ ਪਏ ਆ ਬੜੀ ਬੁਰੀ ਤਰ੍ਹਾਂ ਨਾਲ, ਭਾਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣ, ਭਾਵੇਂ ਹੋਰ ਮੰਤਰੀ ਹੋਣ। ਲੇਕਿਨ ਅਗਲੀ ਗੱਲ ਜਿਹੜੀ ਹੈਗੀ ਹੈ, ਮੈਂ ਇੱਕ ਲਾਈਨ 'ਚ ਇਹ ਗੱਲ ਦਾ ਜਵਾਬ ਦੇ ਦਾਂ, ਇੱਕ ਲਾਈਨ 'ਚ। ਸਰਕਾਰ ਨੇ ਵਾਕਈ ਇਹ ਚੰਗਾ ਕਰਤਾ ਵੀ ਲੋਕਾਂ ਨੂੰ ਆ ਜਿਹੜੇ ਨਜਾਇਜ਼ ਡਿਗਰੀਆਂ ਵਾਲੇ, ਹੋਰ ਸਰਕਾਰ ਇਹ ਕੁਛ ਰਹੀ ਹੈ, ਇੱਕ ਦਿਨ 'ਚ ਤਾਂ ਹੁੰਦਾ ਨਹੀਂ, ਪਰ ਮੈਨੂੰ ਲੱਗਦਾ ਵੀ ਇਹ ਸਭ ਨੂੰ ਪਤਾ ਲੱਗ ਜੂ। ਇਹ ਹੁਣ ਇਹਨਾਂ ਨੇ ਹਟਣਾ ਨਹੀਂ, ਛੱਡਣਾ ਨਹੀਂ ਤੁਹਾਨੂੰ। ਜਿਹੜੇ ਨਾ ਬਹੁਤ ਜ਼ਿਆਦਾ ਚੋਰੀ ਠੱਗੀ ਚੱਲੀ ਹੋਈ ਹੈ, ਇਹਨੂੰ ਏਦਾਂ ਹੀ ਥੰਮਣਾ ਪੈਂਦਾ। ਉਹ ਠੀਕ ਚੱਕਰ। ਚਲੋ, ਇਹ ਵੱਡਾ ਮਸਲਾ ਆ। ਇਹਦੇ ਤੇ ਮੈਂ ਵਿਸ਼ੇਸ਼, ਮੇਰਾ ਖਿਆਲ ਹੈ ਕੱਲ ਨੂੰ ਸ਼ਾਇਦ ਮੈਂ ਇਹਦੇ ਤੇ ਗੱਲ ਕਰਨੀ ਚਾਹੂੰਗਾ। ਮੈਂ ਸਟੱਡੀ ਕਰ ਰਿਹਾ ਕਿਹੜੇ ਕਿਹੜੇ ਕੇਸ ਪੁਰਾਣੇ ਪਏ ਆ, ਕਿੰਨੇ ਕਿੰਨੇ ਵੱਡੇ ਪਏ ਆ, ਖਜ਼ਾਨੇ ਦੀ ਕੀ ਹਾਲਤ ਹੈ ਪੰਜਾਬ ਦੀ। ਇਹਦੇ ਤੇ ਮੈਂ ਸਟੱਡੀ ਕਈ ਦਿਨਾਂ ਤੋਂ ਕਰ ਰਿਹਾ। ਡਾਕਟਰ ਸਾਹਿਬ ਨੂੰ ਮੈਂ ਟਾਈਮ ਲਵਾਂਗਾ ਇਹਨਾਂ ਤੋਂ, ਜੇ ਮੈਨੂੰ ਟਾਈਮ ਦੇਣਗੇ ਤਾਂ ਉਦੋਂ ਹੀ ਮੈਂ ਪ੍ਰੋਗਰਾਮ ਕਰੂੰਗਾ। ਪਰ ਅਗਲੀ ਗੱਲ ਜਿਹੜੀ ਹੈਗੀ ਹੈ ਉਹ ਵੀ ਇਹਦੇ ਨਾਲ ਹੀ ਸੰਬੰਧਿਤ ਹੈ। ਧਰਮਸੋਤ ਸਾਬਕਾ ਕੈਬਨਿਟ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਏ ਸਰਕਾਰ ਨੇ, ਔਰ ਆਪਦੇ ਮੰਤਰੀ ਨੂੰ ਨਹੀਂ ਛੱਡਿਆ। ਲੇਕਿਨ ਧਰਮਸੋਤ ਨੂੰ ਬਚਾਉਣ ਵਾਸਤੇ ਭਗਵੰਤ ਮਾਨ ਨੇ ਦੋਸ਼ ਲਾਇਆ, ਜਿਹੜਾ ਕਾਂਗਰਸੀਆਂ ਨੇ ਭਗਵੰਤ ਮਾਨ ਦੀ ਕੋਠੀ ਵਿੱਚ ਬਿਨਾਂ ਉਹਨਾਂ ਤੋਂ ਟਾਈਮ ਲਏ ਜਿਹੜਾ ਧਰਨਾ ਦਿੱਤਾ, ਔਰ ਉਸ ਤੋਂ ਬਾਅਦ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ, ਉਹਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਚੰਡੀਗੜ੍ਹ ਪੁਲਿਸ ਨੇ। ਔਰ ਭਗਵੰਤ ਮਾਨ ਨੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਦੇ ਹੱਕ ਵਿੱਚ ਧਰਨਾ ਦਿੱਤਾ ਗਿਆ ਕਿਉਂਕਿ ਕਾਂਗਰਸੀਆਂ ਦੇ ਖੂਨ 'ਚ ਭ੍ਰਿਸ਼ਟਾਚਾਰ ਆ। ਉਸ ਤੋਂ ਬਾਅਦ ਅੱਜ ਉਹ ਜੇਲ੍ਹ ਤੁਰ ਗਏ ਜਾ ਕੇ ਸਿੱਧੂ ਸਾਹਿਬ ਮਿਲਣ ਲਈ। ਬਾਜਵਾ ਸਾਹਿਬ ਗਏ ਹੋਏ ਆ, ਕੁਛ ਹੋਰ ਵੀ ਮੰਤਰੀ ਲੀਡਰ ਗਏ ਹੋਏ ਆ। ਮੈਨੂੰ ਇੱਕ ਸਮਝ ਨਹੀਂ ਆ ਰਹੀ। ਸਗੋਂ ਖੁਦ ਭਗਵੰਤ ਆਪਣਾ ਨਵਜੋਤ ਸਿੰਘ ਸਿੱਧੂ ਹੋਣੀ ਖੁਦ ਇਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਜਿਹੜੇ ਮੰਤਰੀ ਆ, ਭ੍ਰਿਸ਼ਟਾਚਾਰੀ ਜਿਹੜੇ ਕਾਂਗਰਸ ਦੀ ਕੈਬਨਿਟ ਵਿੱਚ ਹੈਗੇ ਆ, ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ, ਵੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਨਹੀਂ ਦਿਖਾਇਆ ਗਿਆ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਭਗਵੰਤ ਮਾਨ ਨੂੰ ਮਿਲਦੇ ਆ। ਭਗਵੰਤ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਐਕਸ਼ਨ ਸ਼ੁਰੂ ਹੋ ਜਾਂਦੇ ਆ। ਸੋ ਇਹ ਕਿਤੇ ਕੋਈ ਗੱਲ ਜਿਹੜੀ ਮੁਲਾਕਾਤ ਹੈ ਕਾਂਗਰਸੀਆਂ ਦੀ ਨਵਜੋਤ ਸਿੰਘ ਸਿੱਧੂ ਨਾਲ, ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਨਾਲ ਮੁਲਾਕਾਤ, ਇਹ ਕਿਤੇ ਕਨੈਕਟੀਵਿਟੀ ਇਹਨਾਂ ਦੀ ਬਣਦੀ ਹੈ ਅੰਦਰ ਖਾਤੇ ਕੋਈ? ਕਨੈਕਟੀਵਿਟੀ ਤਾਂ ਇੰਨੀ ਕੀ ਬਣਦੀ ਆ ਵੀ ਇਹਨਾਂ ਕਾਂਗਰਸੀਆਂ ਨੂੰ, ਜਿਹੜੇ ਚੋਰਾਂ ਨੂੰ ਬਚਾ ਰਹੇ ਨੇ, ਧਰਮ ਸੋਚ ਬਾਰੇ ਜਿਹੜੀਆਂ ਹੁਣ ਬਾਕੀ ਗੱਲਾਂ ਨੇ ਉਦੋਂ ਵੀ ਸਾਹਮਣੇ ਸੀਗੀਆਂ। ਇੱਕ ਤਾਂ ਇਨਕੁਆਇਰੀ 'ਚ ਸਾਬਤ ਹੋ ਗਈ ਸੀ ਨਾ 59 ਕਰੋੜ ਦਾ 61 ਕਰੋੜ ਦਾ ਜਿਹੜਾ ਸ਼ਡਿਊਲਡ ਕਾਸਟ ਵਿਦਿਆਰਥੀਆਂ ਦਾ ਜਿਹੜਾ ਇਹਨਾਂ ਨੇ ਪੈਸਾ ਖਾਧਾ ਆ, ਉਹ ਸਾਰੀ ਦੀ ਸਾਰੀ ਰਿਪੋਰਟ 33 ਪੇਜ ਦੀ ਮੇਰੇ ਕੋਲ ਹੈ। ਉਹਨੂੰ ਮੈਂ ਬਰੀਕੀ ਨਾਲ ਅਧਿਐਨ ਕਰਿਆ, ਕੱਲੀ ਕੱਲੀ ਗੱਲ ਦਿਖਦੀ ਹੈ। ਔਰ ਜਿਹੜੇ ਅਧਿਕਾਰੀ ਨੇ ਕਰਿਆ ਸੀ ਉਹਨੂੰ ਵੀ ਇਹਨਾਂ ਨੇ ਨਹੀਂ ਕਰਿਆ। ਇਹਨਾਂ ਨੂੰ ਇਹ ਸਰਕਾਰ ਨੂੰ ਚਾਹੀਦਾ ਉਹਨੂੰ ਵੀ ਫੜਨਾ, ਕਿਉਂਕਿ ਅਕਾਲੀਆਂ ਵੇਲੇ ਵੀ ਉਹਨੇ ਕਰਿਆ ਸੀ ਕਪੜਾ। ਅਕਾਲੀਆਂ ਨੇ ਉਹਨੂੰ ਬਹੁਤ ਖੁੱਡੇ ਲਾਈਨ ਲਾ ਕੇ ਰੱਖਿਆ ਬਹੁਤ ਦੇਰ। ਤੇ ਉਹ ਕਹਿੰਦਾ ਮੈਂ ਵੰਡ ਤੇ ਕਹਿੰਦਾ 50 ਕਰੋੜ ਰੁਪਇਆ ਤਾਂ ਕੁਛ ਦਿਨਾਂ 'ਚ ਹੀ। ਉਹਨੂੰ ਪੁੱਛੋ ਕਿਹਨੂੰ ਵੰਡ ਦਿੱਤਾ, ਕਿੱਥੇ ਗਿਆ, ਕਿਵੇਂ ਗਿਆ, ਕਿਉਂਕਿ ਉਹ ਵੀ ਨੋਨ ਹੈ। ਉਹਦੀ ਜਾਇਦਾਦ ਦੇਖ ਲਓ, ਇਹ ਪਤਾ ਲੱਗ ਜੂ ਸਾਰੀ ਉਮਰ 'ਚ ਜਿੰਨੀ ਉਹਦੀ ਤਨਖਾਹ ਹੈ ਉਦੋਂ ਵੱਧ ਉਹਦੇ ਕੋਲ ਜਾਇਦਾਦ ਹੈ। ਖਰਚੇ ਜਿਹੜਾ ਕਰਦਾ ਉਹ ਵੱਖਰੀ ਗੱਲ ਹੈ। ਸੋ ਇਹ ਜਿਹੜਾ ਹੈ ਧਰਮ ਸੋਤ ਦਾ ਆ ਗਿਆ ਵੀ 2.5 ਕਰੋੜ ਦਿਓ ਜੀ ਤੁਸੀਂ ਇਸ ਸੜਕ ਦੇ ਉੱਤੇ ਭਾਵੇਂ ਟੋਟਾ ਬਣਵਾ ਕੇ ਰਸਤਾ। ਕੱਲ ਪਰਸੋਂ ਮੈਂ ਸੱਚੀ ਮੁੱਚੀ ਆ ਰਿਹਾ ਸੀ, ਮੈਂ ਹੈਰਾਨ ਵੀ ਸੜਕ ਤੇ ਰਸਤਾ ਕਿਵੇਂ ਬਣਦਾ, ਇੱਥੇ ਤਾਂ ਐਕਸੀਡੈਂਟ ਹੋਣਗੇ। ਦੂਜੇ ਪਾਸੇ ਹੋਟਲ ਹੈ, ਵਿਚਾਲੇ ਰਸਤਾ ਬਣਿਆ ਹੋਇਆ, ਕਿਉਂਕਿ ਉਹ ਅਗਲਾ ਵੀ ਕੋਈ ਨਹੀਂ ਜੀ ਉਹ ਦੂਜੇ ਪਾਸੇ ਜਾਂਦੇ ਆਉਂਦੇ ਆ, ਸਾਡੇ ਕੋਲ ਹੀ ਠਹਿਰ ਲਾ ਕੇ। ਸੋ ਜਿਹੜਾ ਇਹ ਹੈ ਜੇ ਉਹ ਬੱਸਾਂ ਵਾਲਿਆਂ ਤੱਕ ਨੂੰ ਕਹਿੰਦੇ ਨੇ ਵੀ ਆ ਜਾਓ ਸਾਡੇ ਕੋਲ ਬੱਸ ਲਾਓ ਭਾਈ, ਰੋਟੀ ਆਪਦੀ ਮੁਫਤ ਖਾ ਜਾਓ, ਜਾਂ ਜਿਹੜੇ ਟੈਕਸੀਆਂ ਵਾਲੇ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਚੱਲ ਇੱਥੇ ਐਂਟਰੀ ਕਰ ਜਾਓ ਆਪਦੇ ਟੈਕਸੀ ਨੰਬਰ ਦੀ, ਪੈਸੇ ਲੈਣੇ ਪੈਸੇ ਲੈ ਲਓ, ਰੋਟੀ ਖਾਣੀ ਆ ਰੋਟੀ ਖਾ ਲਓ। ਤੇ ਉਹ ਤਾਂ ਹਰ ਗੱਲ ਹੀਲਾ ਵਰਤਣਗੇ। ਉਹਦੇ ਵਿੱਚ ਇਹ ਨੋਨ ਹੈ ਕਿ ਇਹਨਾਂ ਨੇ ਜੰਗਲਾਤ ਦੀ ਜਿਹੜੀ ਜ਼ਮੀਨ, ਕਿਉਂਕਿ ਸੜਕਾਂ ਦੇ ਆਲੇ ਦੁਆਲੇ ਜ਼ਮੀਨ ਜੰਗਲਾਤ ਦੇ ਅਧਿਕਾਰ 'ਚ ਹੈ, ਨਹਿਰਾਂ ਵਾਲੀ ਵੀ ਜ਼ਮੀਨ ਜੰਗਲਾਤ ਦੇ ਅਧਿਕਾਰ 'ਚ ਹੈ, ਰੇਲ ਪਟੜੀ ਦੇ ਆਲੇ ਦੁਆਲੇ ਉਹ ਜੰਗਲਾਤ ਦੀ ਜ਼ਮੀਨ ਦੇ ਦਰਖਤ ਕੱਟ ਕੇ ਉੱਥੇ ਕਰਾਉਣਾ, ਇਹ ਤਾਂ ਧਰਮਸੋਤ ਦਾ ਕੰਮ ਹੀ ਸੀ ਨਾ। ਬਾਕੀ ਧਰਮਸੋਤ ਮੰਤਰੀ ਜਿਹੜੇ ਨੇ ਉਹਨਾਂ ਦੀਆਂ ਬਾਕੀ ਗੱਲਾਂ ਪਤਾ। ਉੱਥੇ ਨਾਭੇ ਇੱਕ ਲੜਕੀ ਸੀਗੀ, ਉਹ ਕਹਿੰਦੇ ਸੀ ਵੀ ਭਾਈ ਨੋਟਾਂ ਦੀ ਵੋਟ ਪਾਉਣੀ ਆ, ਉਦੋਂ ਅਜੇ
ਬਟ ਅਸੀਂ ਨੋਟਾਂ ਦਾ ਕਿ ਇਹਨੇ ਉਹਦੇ ਲੱਤ ਇਹਦੇ ਬੰਦਿਆਂ ਨੇ ਕਰੀ ਸੀ, ਕੁੱਟਮਾਰ ਕਰੀ ਸੀ ਉਹਦੀ। ਇਹ ਆਪਦੇ ਆਪ ਨੂੰ ਬਹੁਤ ਕੁਝ ਸਮਝਦੇ ਨੇ, ਹਾਲਾਂਕਿ ਉੱਠਿਆ ਤਾਂ ਬੜਾ ਇਹਨੂੰ ਪੈਰਲ ਕਰਕੇ ਖੜਾ ਕਰੇਗਾ, ਅਸੀਂ ਵੀ ਦੁੱਲੋ ਹੋਰਾਂ ਦੇ ਬਰਾਬਰ ਇੱਕ ਹੋਰ ਨਵਾਂ ਨੇਤਾ ਖੜਾ ਕਰ ਦਈਏ, ਪਰ ਇਹ ਆਪਣੇ ਪੈਰ ਛੱਡ ਗਿਆ ਫਿਰ ਦੁਬਾਰਾ ਉੱਦਾਂ ਹੀ। ਉਹਦੇ ਵਿੱਚ ਕਰਪਸ਼ਨ ਇੰਨੀ ਜ਼ਿਆਦਾ ਸਾਹਮਣੇ ਜਿਹੜੀ ਦਿਖਦੀ ਹੈ, ਜਿਹੜੀ ਆਪਦੀ ਕਮਿਊਨਿਟੀ ਦੇ ਨਾਲ ਵੀ ਕਰਪਸ਼ਨ ਕਰਦੀ। ਬੱਚਿਆਂ ਦੀਆਂ ਡਿਗਰੀਆਂ ਲੁਕੀਆਂ ਰਹੀਆਂ, ਅਕਾਲੀ ਦਲ ਵਾਲੇ, ਬੀਜੇਪੀ ਵਾਲੇ, ਆਪ ਵਾਲੇ ਰੌਲਾ ਤਾਂ ਬਹੁਤ ਪਾਉਂਦੇ ਰਹੇ, ਇਹਨਾਂ ਨੇ ਉਹ ਡਿਗਰੀਆਂ ਤਾਂ ਦਵਾਈਆਂ ਹੀ ਨਹੀਂ। ਮੈਂ ਕਹਾਂਗਾ ਭਗਵੰਤ ਮਾਨ ਸਰਕਾਰ ਨੇ ਠੀਕ ਕਰਿਆ ਕਿ ਚਲੋ ਉਦੋਂ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਸੀ, ਅਸੀਂ ਤਾਂ ਆਪੋਜੀਸ਼ਨ ਲੀਡਰ ਸੀਗੇ ਸਿਰਫ, ਤੇ ਹੁਣ ਅਸੀਂ ਤਾਕਤ 'ਚ ਹਾਂ, ਕੋਈ ਗੱਲ ਨਹੀਂ, ਆ ਜਾਓ ਫਿਰ। ਉਹ ਕੱਲੀ ਜਿਹੜੀ ਉਹਨਾਂ ਦੀ ਕਰਪਸ਼ਨ ਹੈ ਨਾ, ਉਹ ਸਭ ਦੇ ਸਾਹਮਣੇ ਆਏਗੀ। ਔਰ ਉੱਥੋਂ ਕਈ ਜਿਹੜਾ ਕਾਂਗਰਸੀਆਂ ਦਾ ਰੌਲਾ ਹੈ ਨਾ, ਕਾਂਗਰਸ ਦੇ ਵਿੱਚ ਪੂਰਾ ਹੁਣ ਜਿਹੜੇ ਗਏ ਨੇ ਤੁਹਾਡੇ ਕੋਲ ਚੋਂ ਕੋਈ ਬੀਜੇਪੀ ਉਹਨਾਂ ਨੂੰ ਆਇਆ ਵੀ ਉਹ ਬੀਜੇਪੀ ਉਹਨਾਂ ਨੂੰ ਬੜੇ ਮਤਲਬ ਔਪਗਤ ਕਰੇਗੀ। ਉਹ ਗਏ ਤਾਂ ਨੇ ਵੀ ਸਾਡੇ 'ਚ ਕੋਈ ਈਡੀ ਦਾ ਛਾਪਾ ਨਾ ਮਰਵਾ ਦੇਣ। ਕਾਂਗਰਸੀਆਂ ਰਾਜਾ ਵੜਿੰਗ ਨੇ ਇੱਕ ਮਿੰਟ ਮੈਂ ਦੱਸਦਾ ਹੁਣ ਉਸ ਤੋਂ ਰਾਜਾ ਧਰਨਾ ਮਾਰ ਰਹੇ ਨੇ, ਕਿਉਂਕਿ ਰਾਜਾ ਵੜਿੰਗ ਦੇ ਉੱਤੇ ਵੀ ਰੌਲਾ ਪੈ ਰਿਹਾ ਵੀ ਇਹਨੇ ਚਾਸੀਆਂ ਇੰਨੀਆਂ ਖਰੀਦੀਆਂ ਰਾਜਸਥਾਨ 'ਚ, ਉਹ ਕਿਵੇਂ ਹੋਇਆ? ਉਹ ਤਾਂ ਸਰਕਾਰੀ ਪੈਸਾ ਸੀ ਨਾ। ਸੋ ਇਸ ਕਰਕੇ ਬਹੁਤ ਸਾਰੀਆਂ ਐਸੀਆਂ ਗੱਲਾਂ ਦਾ ਇਹਨਾਂ ਨੂੰ ਆਪਣਾ ਡਰ ਹੈ। ਇੱਕ ਤਰੀਕਾ ਹੁੰਦਾ ਬੱਸਾਂ ਦੀਆਂ ਬਾਡੀਆਂ ਦੇ ਵਿੱਚ ਘਪਲੇਬਾਜ਼ੀ ਦਾ ਰੌਲਾ ਪੈ ਰਿਹਾ ਹੈ, ਬਹੁਤ ਵੱਡਾ, ਔਰ ਉਹ ਵੱਡਾ ਰੌਲਾ ਹੈ। ਇੱਕ ਹੁੰਦਾ ਤੁਸੀਂ ਕਰਿਆ ਕੁਛ ਨਹੀਂ, ਪਰ ਗਲਤੀ ਤੋਂ ਸੁਭਾਅ ਕੇ ਹੋਈ ਹੈ, ਥੋੜਾ ਮੋਰਲ ਉੱਚਾ ਹੁੰਦਾ ਕਿ ਕੋਈ ਗੱਲ ਨਹੀਂ ਜੀ, ਜੇ ਮੈਨੂੰ ਸਜ਼ਾ ਵੀ ਦੇ ਦੋਗੇ, ਸਜ਼ਾ ਤਾਂ ਈਸਾ ਮਸੀਹ ਨੂੰ ਵੀ ਦਿੱਤੀ ਸੀ, ਸਜ਼ਾ ਵੀ, ਪਰ ਮੈਂ ਗਲਤੀ ਨਹੀਂ ਕਰੀ ਹੋਈ, ਮੈਂ ਜਾਣ ਬੁੱਝ ਕੇ ਕੁਛ ਨਹੀਂ ਕਰਿਆ। ਕੰਮ 'ਚ ਕਿਤੇ ਗਲਤੀਆਂ ਹੋ ਜਾਂਦੀਆਂ ਹਰੇਕ ਤੋਂ ਹੀ। ਇੱਕ ਹੁੰਦਾ ਤੁਹਾਨੂੰ ਅੰਦਰੋਂ ਪਤਾ ਹੁੰਦਾ ਵੀ ਕਰਿਆ ਤਾਂ ਮੈਂ ਮਾੜਾ, ਫੇਰ ਤੁਹਾਨੂੰ ਕੋਈ ਪੁੱਛੇ ਬਿਨਾਂ ਤਾਂ ਵੀ ਪਾਲਾ ਮਾਰੀ ਜਾਂਦਾ। ਪਹਿਲਾਂ ਚੰਨੀ ਵਾਲਾ ਵੀ ਇਹੀ ਹੈ, ਉਹਨੂੰ ਅੰਦਰਲਾ ਪਾਲਾ ਮਾਰਦਾ। ਇਹਨਾਂ ਨੂੰ ਵੀ, ਕਾਂਗਰਸੀਆਂ ਨੂੰ ਇਸ ਕਰਕੇ ਧਰਨੇ ਮਾਰਦੇ, ਨਹੀਂ ਤਾਂ ਭ੍ਰਿਸ਼ਟਾਚਾਰ ਦੇ ਹੱਕ 'ਚ ਧਰਨੇ ਮਾਰਨ ਦਾ ਕੀ ਮਤਲਬ ਹੈ ਇਹਨਾਂ ਦਾ। ਦੂਜਾ ਸਾਹਿਬ ਨੂੰ ਮਿਲਣ, ਜਿਹੜਾ ਤੁਸੀਂ ਕਹਿੰਦੇ ਹੋ ਸਿੱਧੂ ਸਾਹਿਬ ਨੂੰ ਉਹ ਮਿਲਣ ਤਾਂ ਗਏ ਨੇ, ਜਿਹੜਾ ਤੁਸੀਂ ਠੀਕ ਕਿਹਾ ਵੀ ਉਹ ਕੋਈ ਕਨੈਕਸ਼ਨ ਇਹਨਾਂ ਨੂੰ ਉਹੀ ਉਮੀਦ ਹੁੰਦੀ ਹੈ ਜੋ ਸਿੱਧੂ ਨਾਲ ਇਹਨਾਂ ਸਾਰਿਆਂ ਨੇ ਰਲ ਕੇ ਕਰੀ। ਉਹ ਤਾਂ ਸਿੱਧੂ ਨੂੰ ਵੀ ਪਤਾ ਹੈ, ਲੋਕਾਂ ਨੂੰ ਵੀ ਪਤਾ, ਇਹਨਾਂ ਨੂੰ ਵੀ ਪਤਾ। ਪਰ ਇਹਨਾਂ ਨੂੰ ਲੱਗਿਆ ਵੀ ਭਗਵੰਤ ਮਾਨ ਨੇ ਬੜੀ ਉਹਨਾਂ ਨਾਲ ਇੱਜ਼ਤ ਮਾਨ ਨਾਲ ਮੁਲਾਕਾਤ ਕੀਤੀ ਆ। ਉਹਨਾਂ ਨੇ ਵੀ ਆ ਕੇ ਕਿਹਾ, ਭਾਵੇਂ ਕੋਈ ਦੁਆ ਦੇ ਇਮੀਡੀਏਟ ਉਹਨਾਂ ਨੂੰ ਜੇਲ੍ਹ ਵੀ ਹੋਈ, ਬੜੇ ਪਹਿਲਾਂ ਕਿਆਸ ਰਹੀਆਂ ਵੀ ਭਗਵੰਤ ਮਾਨ ਨੇ ਤਾਂ ਇਹਨਾਂ ਨੂੰ ਹੁਣ ਹੀ ਛੱਡ ਦੇਣਾ, ਹੈਗੇ ਪਾਵਰ ਉਹਦੀ ਜੇ ਸਜ਼ਾ ਮਾਫ਼ ਕਰਨ ਗਏ ਸੀ, ਕੋਈ ਗੱਲ ਨਹੀਂ ਹੈ, ਪਰ ਨਹੀਂ ਕਰਨੀ ਸੀ ਨਾ ਉਹਨੇ ਕਰਵਾਉਣੀ ਹੈ ਉਸ ਤਰੀਕੇ ਨਾਲ। ਤੇ ਉਹਦੀ ਬਿਮਾਰੀ ਨੂੰ ਵੀ ਇਹ ਐਕਸਪਲੋਇਟ ਕਰਦੇ ਰਹੇ। ਇੱਕ ਬੰਦੇ ਨੇ ਨਹੀਂ ਉਹਦੇ ਹੱਕ 'ਚ ਬੋਲਿਆ ਕਾਂਗਰਸੀ, ਬਲਕਿ ਉਹਦੇ ਖਿਲਾਫ ਮੁਜ਼ਾਹਰੇ ਕਰਨ ਲੱਗ ਗਏ ਇਹਨਾਂ ਦੇ ਯੂਥ ਲੀਡਰ। ਨੇ ਵੀ ਤੁਹਾਡੀ ਮਾੜੀ ਮੋਟੀ ਭਗਵੰਤ ਮਾਨ ਸ਼ਾਇਦ ਸੁਣ ਲੇ, ਸਾਡੀ ਇੰਨੀ ਮਿੱਟੀ ਪਲੀਤ ਨਾ ਹੋਵੇ। ਮੈਨੂੰ ਐਂ ਲੱਗਦਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਹੈ, ਮੈਨੂੰ ਨਹੀਂ ਲੱਗਦਾ ਵੀ ਉਹ ਕਰਪਸ਼ਨ ਦੇ ਹੱਕ 'ਚ ਗੱਲ ਕਰੇਗਾ। ਉਹ ਇਹ ਕਹਿ ਸਕਦਾ ਵੀ ਇਹਨਾਂ ਨਾਲ ਕਾਨੂੰਨੀ ਕਾਰਵਾਈ ਕਰੇ, ਉਹ ਜੇ ਕਹੂਗਾ ਵੀ। ਮੈਨੂੰ ਨਹੀਂ ਪਤਾ ਕਹੂਗਾ ਵੀ ਕਿ ਨਹੀਂ ਕਹੂਗਾ। ਵੱਧ ਤੋਂ ਵੱਧ ਕੋਈ ਵੀ ਬੰਦਾ ਕਿਸੇ ਵੀ ਕੋਲ ਜਾ ਕੇ ਉਹ ਕਹਿੰਦਾ ਵੀ ਦੇਖੋ ਜੀ ਮੇਰੇ ਨਾਲ, ਉਹ ਕਹਿੰਦਾ ਠੀਕ ਹੈ ਜੀ, ਨਜਾਇਜ਼ ਨਾ ਹੋਵੇ ਤੁਹਾਡੇ ਨਾਲ, ਜੋ ਜਾਇਜ਼ ਕਾਨੂੰਨੀ ਬੰਦਾ ਹੋ ਹੀ ਜਾਵੇ। ਇਦੋਂ ਵੱਧ ਤਾਂ ਕੋਈ ਨਹੀਂ ਨਾ ਸਕਦਾ। ਸੋ ਕਾਨੂੰਨੀ ਜਿਹੜਾ ਹੈਗਾ ਗੱਲ, ਕਾਨੂੰਨੀ 'ਚ ਇਹਨਾਂ ਦਾ ਸਰਦਾ ਨਹੀਂ, ਕਿਉਂਕਿ ਇਹਨਾਂ ਨੂੰ ਪਤਾ ਉਹ ਤਾਂ ਫਿਰ ਨਿਕਲਿਆ ਨਹੀਂ ਗੱਲ। ਇੱਕ ਜ਼ਰੂਰ ਹੈਗੀ ਗੱਲ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਵਿਜੀਲੈਂਸ ਪਕੜਦੀ ਹੈ ਇਸ ਤਰ੍ਹਾਂ ਦੇ ਕੇਸ, ਵਿਜੀਲੈਂਸ ਬਹੁਤੀ ਸਫਲ ਨਹੀਂ ਹੁੰਦੀ। ਵਿਜੀਲੈਂਸ ਕੋਲੇ ਕੱਚੇ ਹੱਥ ਹੁੰਦੇ ਆ, ਜਾਂ ਜਾਣ ਬੁੱਝ ਕੇ ਕੁਝ ਇਸ ਤਰ੍ਹਾਂ ਦੇ ਨੁਕਤੇ ਜਿਹੜੇ ਛੱਡੇ ਜਾਂਦੇ ਆ, ਜਾਂ ਕੀ ਹੁੰਦਾ ਹੈ, ਇਹ ਸਮਝ ਨਹੀਂ ਹੈ ਮੈਨੂੰ ਇਸ ਕਿਸਮ ਦੀ ਹਾਲੇ। ਜਾਂ ਮੈਂ ਉਨੀ ਡੈਪਥ ਵਿੱਚ ਹਾਲੇ ਇਹਨਾਂ ਕੇਸਾਂ ਦੇ ਵਿੱਚ ਗਿਆ ਨਹੀਂ, ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਹੈਗੇ ਆ ਜਿਨ੍ਹਾਂ ਦੇ ਵਿੱਚ ਵਿਜੀਲੈਂਸ ਬੜੀ ਬੁਰੀ ਤਰ੍ਹਾਂ ਨਾਲ ਫੇਲ ਹੋਈ ਹੈ, ਜਾਂ ਵਿਜੀਲੈਂਸ ਜਿਹੜੀ ਹੈਗੀ ਹੈ ਉਹ ਪਿੱਛੇ ਧੱਕੀ ਗਈ ਹੈ, ਔਰ ਲੋਕ ਬਰੀ ਹੋ ਕੇ ਬਾਹਰ ਆਏ ਆ, ਲੋਕਾਂ ਨੂੰ ਅਦਾਲਤਾਂ ਨੇ ਮੁਆਫ ਕੀਤਾ ਜਾਂ ਛੱਡ ਦਿੱਤਾ ਇਸ ਕਰਕੇ ਕਿਉਂਕਿ ਜਿਹੜੇ ਸਬੂਤ ਚਾਹੀਦੇ ਹੁੰਦੇ ਆ ਉਹ ਵਿਜੀਲੈਂਸ ਪੇਸ਼ ਨਹੀਂ ਕਰ ਸਕਦੀ। ਇਹਦੇ ਪਤਾ ਨਹੀਂ ਕੀ ਕਾਰਨ ਹੈਗੇ ਆ। ਜੇ ਤੁਸੀਂ ਇਹਨਾਂ ਕਾਰਨਾਂ ਤੇ ਥੋੜਾ ਬਹੁਤ ਚਾਨਣਾ ਪਾ ਸਕੋ ਤਾਂ ਪਾ ਲਓ ਜ਼ਰੂਰ। ਦੇਖੋ, ਮੈਂ ਇੱਕ ਐਸੇ ਵਿਭਾਗ 'ਚ ਰਿਹਾ ਜਿੱਥੇ ਰੋਜ਼ ਹੀ ਕ੍ਰਿਮੀਨਲ ਕੇਸ ਆਉਂਦੇ ਸੀਗੇ। ਲੜਾਈਆਂ ਦੇ ਕੇਸ ਆਮ ਹੀ ਹੁੰਦੇ ਨੇ, ਮਰਡਰ, ਸੁਈਸਾਈਡ, ਕੁੱਟਮਾਰ, ਸੱਟਾਂ ਮਾਰੀਆਂ, ਇਹ ਸਾਰੇ। ਔਰ ਪੁਲਿਸ ਨਾਲ ਸਾਡਾ ਰੂਟੀਨ 'ਚ ਵਾਹ ਪੈਂਦਾ, ਅਦਾਲਤਾਂ ਤੇ ਪੁਲਿਸ ਨਾਲ। ਦੋ ਮਹਿਕਮੇ ਐਸੇ ਨੇ ਜਿਹੜੇ ਪੁਲਿਸ ਹਮੇਸ਼ਾ ਅਦਾਲਤਾਂ 'ਚ ਤੁਹਾਨੂੰ ਬੰਦੇ ਮਿਲਣਗੇ, ਜਾਂ ਡਾਕਟਰ ਤੇ ਜਾਂ ਪੁਲਿਸ ਵਾਲੇ, ਉਹ ਕਿਤੇ ਨਾ ਕਿਤੇ ਜਾਂ ਹੋਰ ਹੁੰਦੇ ਰਹਿੰਦੇ। ਹੁਣ ਇਹਦੇ ਵਿੱਚ ਕੀ ਹੈ, ਵਿਜੀਲੈਂਸ ਵੀ ਉਸੇ ਪੁਲਿਸ 'ਚ ਆਈ ਹੈ, ਉਹੀ ਕੁਛ ਹੈ। ਵਿਜੀਲੈਂਸ ਦੇ ਵਿੱਚ ਸਭ ਨੂੰ ਪਤਾ ਵੀ ਜਿਵੇਂ ਮਰਜ਼ੀ ਫੜਾ ਦੋ, ਅਸੀਂ ਦੇਖੇ ਨੇ 20 ਵਾਰੀ ਵੀ ਧੱਕੇ ਨਾਲ ਵੀ ਫੜਦੀ ਆ ਵਿਜੀਲੈਂਸ। ਵਿਜੀਲੈਂਸ ਦਾ ਵੱਡਾ ਸਵਾਲ ਇਹ ਹੈ ਕਿ ਵਿਜੀਲੈਂਸ ਆਪਦਾ ਕੇਸ ਜਿਸ ਤਰੀਕੇ ਨਾਲ ਬਣਾਉਣਾ ਹੁੰਦਾ ਉਸ ਤਰੀਕੇ ਨਾਲ ਨਹੀਂ ਬਣਾਉਂਦੀ, ਬਾਇਸ ਹੋ ਕੇ ਕਾਹਲੀ 'ਚ। ਦੂਜੀ ਗੱਲ, ਉਹਦੇ 'ਚ ਮੁਖੜੇ ਇੱਕ ਤਾਂ ਸਿਆਣਪ ਵੈਸੇ, ਇੱਕ ਉਹਨਾਂ ਦਾ ਆਪਦਾ ਬਾਇਸ ਜਿਹੜਾ ਅੰਦਰੂਨੀ ਤੇ ਪੈਸੇ ਦੇ ਕੇ ਕਈ ਵਾਰ ਛੱਡ ਵੀ ਦਿੰਦੇ ਨੇ।
ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਗਵਾਹ ਮੁਕਰਾ ਦਿੰਦੇ ਨੇ, ਵਿਜੀਲੈਂਸ ਵਾਲੇ ਆਪ ਮੁੱਕਰ ਜਾਂਦੇ ਨੇ। ਜਿਹੜਾ ਹਰਜੀਤ ਸਿੰਘ ਸੀ ਜਿਹਨੇ ਬਾਦਲ ਸਾਹਿਬ ਤੇ ਕੇਸ ਬਣਾਇਆ ਸੀ, ਉਹ ਬਾਅਦ 'ਚ ਮੁੱਕਰ ਹੀ ਗਿਆ। ਪੁੱਛਿਆ ਕਿਸੇ ਨੇ ਵੀ ਤੂੰ ਭਾਈ ਜਾਂ ਤਾਂ ਉਦੋਂ ਗਲਤ ਸੀ ਜਾਂ ਹੁਣ ਗਲਤ ਹੈ? ਉਹ ਤਾਂ ਪੁਲਿਸ ਨਾ, ਉਹ ਪੁਲਿਸ ਦਾ ਅਧਿਕਾਰੀ ਹੈ, ਛਾਣਬੀਨ ਕਰ ਰਿਹਾ। ਜਾਂ ਤਾਂ ਉਹਨੇ ਛਾਣਬੀਨ ਝੂਠੀ ਕਰੀ ਸੀ ਜਾਂ ਉਹ ਝੂਠ ਬੋਲ ਰਿਹਾ। ਦੋਹਾਂ 'ਚ ਇੱਕ ਗੱਲ ਤਾਂ ਹੈਗੀ ਹੋਈ ਆ। ਉਹ ਕਹੇ ਜੀ ਮੇਰੇ ਆ ਸੀ, ਇਹਦਾ ਮਤਲਬ ਦਬਾਅ ਨਾਲ ਤਾਂ ਫਿਰ ਇਹ ਤਾਂ ਠੀਕ ਹੈ। ਫਿਰ ਤੁਸੀਂ ਆਪਦੇ ਆਕਿਆਂ ਨੂੰ ਖੁਸ਼ ਕਰਨ ਵਾਸਤੇ ਪਹਿਲਾਂ ਲੋਕਾਂ ਨੂੰ ਅੰਦਰ ਤੋਂ ਨਹੀਂ ਜਾਓ, ਪਿੱਛੋਂ ਜਾ ਕੇ ਮੁੱਕਰ ਜਾਓ, ਦੂਜੇ ਆਕਿਆਂ ਨੂੰ ਖੁਸ਼ ਕਰਨ ਲੱਗ ਜਾਓ। ਤੇ ਪ੍ਰਸ਼ਾਸਨ ਕਿੱਥੇ ਰਹਿ ਗਿਆ? ਉਹਨੂੰ ਕਿਸੇ ਨੇ ਨਹੀਂ ਪੁੱਛਿਆ। ਮੈਂ ਕਹਾਂਗਾ ਪੁਲਿਸ ਵਾਲਿਆਂ ਨੂੰ ਇਹ ਪੁੱਛਣਾ ਚਾਹੀਦਾ, ਕਿਉਂਕਿ ਮੈਂ ਕਿਉਂ ਕਹਿਣਾ, ਕਿਸੇ ਜ਼ਮਾਨੇ 'ਚ ਪੁੱਛਿਆ ਜਾਂਦਾ ਸੀ। ਇੱਕ ਲਾਈਨ 'ਚ ਇੱਕ ਉਦਾਹਰਨ ਦਿੰਦਾ ਮੈਂ। ਇੱਕ ਪਟਿਆਲੇ ਮੈਂ ਕੋਈ ਕਰਿਆ ਸੀ ਆਪਰੇਸ਼ਨ, ਤੇ ਉਸ ਤੋਂ ਬਾਅਦ ਮੇਰੀ ਪੋਸਟਿੰਗ ਹੋ ਗਈ ਬਠਿੰਡੇ ਜ਼ਿਲ੍ਹੇ 'ਚ। ਉਹ ਪਰਸਨ ਮਰੀਜ਼ ਵੀ ਬਠਿੰਡੇ ਜ਼ਿਲ੍ਹੇ ਦਾ ਸੀ, ਤੇ ਮੇਰੇ ਕੋਲ ਉੱਥੇ ਸਮਨ ਆ ਗਏ। ਤੇ ਮੈਂ ਜਦ ਗਿਆ ਬਠਿੰਡੇ ਗਵਾਹੀ ਦੇਣ, ਤਾਂ ਬਾਹਰ SHO ਖੜਾ, ਤੇ ਮੈਨੂੰ ਕਹਿੰਦਾ ਸਰ ਮੇਰਾ ਕਦੇ ਕੇਸ ਮੈਂ ਹਾਰਿਆ ਨਹੀਂ, ਮਤਲਬ ਗਲਤ ਨਹੀਂ ਪ੍ਰੂਫ ਹੋਇਆ, ਕਿਰਪਾ ਕਰਕੇ ਗਵਾਹ। ਮੈਂ ਕਿਹਾ ਵੀ ਮੈਂ ਤੇਰੇ ਕੇਸ ਨਾਲ ਮੇਰਾ ਕੀ ਤਾਲੁਕ ਹੈ? ਮੈਂ ਤਾਂ ਗਵਾਹੀ ਦੇਣੀ ਆ, ਜੋ ਸੱਚ ਆ ਉਹ ਬੋਲ ਦੂੰਗਾ ਮੈਂ। ਮੈਨੂੰ ਨਹੀਂ ਪਤਾ ਵੀ ਇਹ ਤੇਰਾ ਕੇਸ ਸਫਲ ਹੁੰਦਾ ਨਹੀਂ ਹੁੰਦਾ। ਇਹ ਮੇਰੀ ਗਵਾਹੀ ਤਾਂ ਬਸ ਗਵਾਹੀ ਹੈ। ਜੋ ਮੈਂ ਦੇਖਿਆ, ਜੋ ਮੈਂ ਉਹਦਾ ਕਰਿਆ, ਮੈਂ ਉਹੀ ਦੱਸਣਾ, ਮੈਂ ਤਾਂ ਉਹੀ ਦੱਸੂਗਾ। ਇਹਦਾ ਮਤਲਬ ਸੀ ਉਹ ਚਾਹੁੰਦਾ ਸੀ ਵੀ ਜਿਹੜਾ ਮੈਂ ਕੇਸ ਬਣਾਇਆ ਝੂਠਾ ਨਾ ਪ੍ਰੂਫ ਹੋਵੇ। ਹੁਣ ਅੱਜ ਉਹਨਾਂ ਨੂੰ ਪਰਵਾਹ ਨਹੀਂ ਹੈ। ਉਹ ਜ਼ਮਾਨਾ ਸੀ ਅੱਜ ਤੋਂ 40 ਸਾਲ ਪਹਿਲਾਂ ਦਾ, 50 ਸਾਲ ਪਹਿਲਾਂ ਦਾ। ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਨੂੰ ਚਿੰਤਾ ਹੁੰਦੀ ਸੀ ਵੀ ਯਾਰ ਮੇਰਾ ਬਣਾਇਆ ਕੇਸ ਐਵੇਂ ਝੂਠਾ ਨਾ ਪ੍ਰੂਫ ਹੋ ਜੇ। ਅੱਜ ਕੋਈ ਚਿੰਤਾ ਨਹੀਂ। ਅੱਜ ਤੋਂ ਕਹਿੰਦੇ ਹੁਣ ਬਣਾਇਆ, ਘੰਟੇ ਬਾਅਦ ਅਸੀਂ ਆਪ ਹੀ ਕਹਿ ਦਾਂਗੇ ਝੂਠਾ, ਜੇ ਸਰਕਾਰ ਬਦਲ ਜੇ ਘੰਟੇ 'ਚ। ਤਾਂ ਇਸ ਕਰਕੇ ਇਹ ਜਿਹੜਾ ਵਿਜੀਲੈਂਸ ਦੇ ਕੇਸ ਨੇ, ਇੱਕ ਤਾਂ ਊਂ ਵੀ ਇਹ ਪੁਖਤਾ ਇਨਕੁਆਇਰੀ ਨਹੀਂ ਕਰਦੇ, ਦੂਜੀ ਕੋਲ ਬਾਇਸ ਹੋ ਕੇ ਗਲਤ ਝੂਠ ਲਿਖ ਦਿੰਦੇ ਨੇ। ਸੱਚੇ ਸਬੂਤ ਜਿਹੜੇ ਹੁੰਦੇ ਨੇ, ਜੇ ਹੱਕ 'ਚ ਲਿਖਣਾ ਤਾਂ ਸਬੂਤ ਛੱਡ ਦਿੰਦੇ ਨੇ, ਜੇ ਉਲਟ ਲਿਖਣਾ ਝੂਠੇ ਸਬੂਤ ਕੋਲੋਂ ਕੱਢ ਦਿੰਦੇ ਨੇ। ਇਹ ਮੈਂ ਪੁਲਿਸ ਦੇ ਜਿਹੜੀ ਇਨਕੁਆਇਰੀਆਂ ਨੇ, ਪੁਲਿਸ ਤੋਂ ਵਿਜੀਲੈਂਸ ਜਾਂਦੇ ਨੇ, ਮੈਂ ਪੁਲਿਸ ਦੀਆਂ ਇੱਕ ਨਹੀਂ, ਮੈਂ ਕਿੰਨੀਆਂ ਇਨਕੁਆਇਰੀਆਂ ਪੁਲਿਸ ਚਾਹੇ ਮੈਂ ਪੇਸ਼ ਕਰ ਸਕਦਾ ਵੀ ਆਹ ਪਿਆ, ਦੱਸੋ ਤੁਸੀਂ ਕਿਵੇਂ ਕਰਤਾ ਇਹ। ਅਦਾਲਤ ਕੇਸ ਗਏ ਨੇ ਇਹਨਾਂ ਗੱਲਾਂ ਦੇ ਕਿ ਜੀ ਐਂ ਕਰਿਆ ਇਹਨਾਂ ਨੇ। ਝੂਠੇ ਬੰਦਿਆਂ ਨੇ, ਜਿਨ੍ਹਾਂ ਨੇ ਆਪੇ ਸੱਟ ਮਾਰ ਲਈ, ਉਹਨਾਂ ਦੇ ਇਹਨਾਂ ਨੇ 307 ਦੇ ਕੇਸ ਬਣਾਏ ਹੋਏ ਨੇ। ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਕਾਤਲ ਦੱਸਿਆ ਹੋਇਆ। ਔਰ ਇੱਕ ਨਹੀਂ, ਕਈ ਜਗ੍ਹਾ ਤੇ ਡਾਕਟਰ ਵੀ ਇਹਨਾਂ ਨੇ ਫਸਾਏ ਏਦਾਂ ਹੀ ਝੂਠ। ਪੁਲਿਸ ਵਾਲੇ ਕਿਉਂਕਿ ਲੜ ਗਏ ਉਹਦੇ ਨਾਲ, ਉਹ ਤੋਂ ਮੁਕੱਦਮਾ ਕਰਾਤਾ ਵੀ ਡਾਕਟਰ ਨੇ ਸਾਡੇ ਨਾਲ ਜਾਤੀ ਕਰੀ ਹੈ। ਸ਼ਰੀਫ ਡਾਕਟਰ ਨੂੰ ਫਸਾਇਆ ਇਹਨਾਂ ਨੇ। ਸੋ ਮੈਂ ਇਹ ਦੇਖਿਆ ਵੀ ਜਿਹੜੇ ਪੁਲਿਸ ਵਿਜੀਲੈਂਸ, ਇਹ ਬਹੁਤੇ ਵਾਰੀ ਆਪਦਾ ਕੇਸ ਪੁਖਤਾ ਨਹੀਂ ਬਣਾਉਂਦੇ, ਕਿਉਂਕਿ ਇਹ ਆਪਦੇ ਦਵੈਸ਼ ਭਾਵਨਾ ਨਾਲ ਜਾਂਦੇ ਨੇ। ਮੈਂ ਕਹਿੰਦਾ ਬੰਦਾ ਚੋਰ ਹੈ, ਬੰਦਾ ਠੱਗ ਹੈ, ਬੰਦਾ ਕਾਤਲ ਹੈ, ਪਰ ਕਾਨੂੰਨ ਕਾਹਦੇ ਵਾਸਤੇ ਬਣਿਆ ਹੈ? ਤੁਹਾਨੂੰ ਇਨਵੈਸਟੀਗੇਟ ਕਰਨ ਦੀ, ਜਿਹਨੂੰ ਤਫਤੀਸ਼ ਆਪਾਂ ਕਹਿੰਦੇ ਹਾਂ, ਉਹਨੂੰ ਛਾਪਾ ਦੀ, ਤੁਹਾਨੂੰ ਉੱਥੋਂ ਸਾਖਸ਼ਾਤ ਇਕੱਠੇ ਕਰਨ ਦੀ, ਜਾਂ ਸ਼ਹਾਦਤਾਂ ਯਾਨੀ ਕਿ ਗਵਾਹੀਆਂ, ਡਾਕੂਮੈਂਟ, ਉਹ ਇਕੱਠੇ ਕਰਨ ਦਾ ਇੱਕ ਵਿਧੀਵਤ ਤਰੀਕਾ ਹੈ ਵੀ ਤੁਸੀਂ ਐਂ ਜਾਓਗੇ, ਐਂ ਇਕੱਠੇ ਕਰੋਗੇ, ਐਂ ਉਹਨਾਂ ਨੂੰ ਸੀਲ ਕਰੋਗੇ, ਐਂ ਉਹਨਾਂ ਨੂੰ ਰੱਖੋਗੇ। ਤੁਸੀਂ ਉਹ ਤਾਂ ਤੁਸੀਂ ਮੰਨਦੇ ਹੀ ਨਹੀਂ, ਤੁਸੀਂ ਜੋ ਮਰਜ਼ੀ ਲਿਖ ਦਿੰਦੇ ਹੋ। ਇਸ ਕਰਕੇ ਉਹ ਇੱਕ ਦੂਜੇ ਨਾਲ ਮਿਲਦੇ ਨਹੀਂ। ਜਿੱਦੇ ਅਦਾਲਤ ਇਸ ਗੱਲ ਤੇ ਆ ਜੇ ਵੀ ਚੰਗਾ ਲਿਓ, ਇਹਨਾਂ ਦਾ ਕੱਲਾ ਜਿਮਨੀ ਨਾਲ ਮਿਲਾ ਕੇ ਲਿਖਣਾ, ਜੋ ਇਹ ਕਹਿੰਦੇ ਨੇ ਵੀ ਅਸੀਂ ਆਹ ਕਰਿਆ ਉਹ ਸੱਚੀ ਮੁੱਚੀ ਹੋਇਆ, ਜਿਮਨੀ ਨਾਲ ਵੀ ਇਹਨਾਂ ਦੀ ਗੱਲ ਨਹੀਂ ਮਿਲਦੀ। ਕਿਉਂਕਿ ਮੈਂ ਕਈ ਕੇਸਾਂ 'ਚ ਦੇਖਿਆ, ਮੈਂ ਜਿਮਨੀਆਂ ਵੀ ਮੈਂ ਅਗਲੇ ਨੇ ਲੈ ਲਈਆਂ, ਕਿਤੇ ਮਿਲ ਜਾਂਦੀਆਂ ਸੀ ਪਹਿਲਾਂ, ਹੁਣ ਨਹੀਂ ਮਿਲਦੀਆਂ। ਤੇ ਜਿਮਨੀਆਂ ਲੈ ਕੇ ਉਹ ਲਿਖਿਆ ਕੁਛ ਹੋਰ ਹੈ, ਕਰਿਆ ਕੁਛ ਹੋਰ ਹੈ। ਸੋ ਜਦ ਤੁਸੀਂ ਕੇਸ ਹੀ ਬਣਾਉਣ ਵੇਲੇ ਸੱਚੇ ਕੇਸ ਨੂੰ ਵੀ ਝੂਠਾ ਬਣਾ ਦਿੰਦੇ ਨੇ। ਇੱਕ ਰਿਸ਼ਵਤ ਦੇ ਕੇਸ ਦੇ ਵਿੱਚ, ਜਿਹਦੇ ਬਾਰੇ ਇਹਨਾਂ ਦੀ ਆਪਦੀ ਸਰਕਾਰ ਨੇ ਇਨਕੁਆਇਰੀ ਕਰਾਈ ਸੀ, ਤੇ ਆਪਦੀ ਸਰਕਾਰ 'ਚ ਇਨਕੁਆਇਰੀ ਜਿੱਥੇ ਸਾਬਤ ਹੋ ਗਈ ਸੀ, ਉਸ ਦੇ ਵਿੱਚ ਹੋਰ ਵੀ ਕੁਛ ਗੱਲਾਂ ਹੁਣ ਨਿਕਲੀਆਂ ਆਈਆਂ। ਉਹਦੇ ਹੱਕ 'ਚ ਧਰਨਾ ਮਾਰਦੇ ਨੇ ਕਿ ਇਹਨੂੰ ਕਿਉਂ ਅਰੈਸਟ ਕਰਿਆ ਹੈ, ਤੇ ਉਸ ਤੋਂ ਬਾਅਦ ਉੱਥੇ ਤੋੜਪੰਨ ਕਰਦੇ ਨੇ, ਜਾਂ ਜੋ ਵੀ ਉੱਥੇ ਮਤਲਬ ਬਿਨਾਂ ਸਮਾਂ ਲਏ, ਬਿਨਾਂ ਉਹ ਕਰੇ ਜਾਂਦੇ ਨੇ, ਜਦ ਕਿ ਇਹਨਾਂ ਦੇ ਆਪਦਾ ਮੁੱਖ ਮੰਤਰੀ ਕਦੇ ਮਿਲਦਾ ਹੀ ਨਹੀਂ ਸੀ। ਉਸ ਤੇ ਅਰੈਸਟ ਹੋ ਜਾਂਦੇ ਨੇ, ਚਲੋ ਛੱਡ ਦਿੰਦੇ ਨੇ, ਤਾਂ ਰੂਟੀਨ ਪੋਲੀਟੀਕਲ ਕੰਮ ਹੁੰਦਾ ਹੈ। ਫਿਰ ਇਹ ਨਵਜੋਤ ਸਿੱਧੂ ਨੂੰ ਹਾਂਜੀ ਚ ਰਾਜਾ ਵੜਿੰਗ ਤੇ ਵੀ ਸਵਾਲ ਆ ਰਿਹਾ ਹੈ, ਜਿਵੇਂ ਆਪਾਂ ਗੱਲ ਕਰ ਹੀ ਰਹੇ ਸੀ। ਮੈਨੂੰ ਲੱਗਦਾ ਹੈ ਵੀ ਉਹਦੇ ਵਿੱਚ ਵੀ ਯਾਰ ਕੋਈ ਨਾ ਕੋਈ ਸਾਡਾ ਇਹ ਬੰਨ ਸੁਭ ਕਰਾਓ। ਇਹ ਤਾਂ ਬਹੁਤ ਹੀ ਜ਼ਿਆਦਾ ਪਿੱਛੇ ਪੈ ਗਿਆ, ਕਿਉਂਕਿ ਜਦ ਤੁਸੀਂ ਇਹ ਪਟਾਰੇ ਨੂੰ ਖੋਲੋਗੇ ਨਾ, ਇਹ ਜੋ ਨਿਕਲਣਾ ਥਾਂ ਤੋਂ ਹੈ। ਇਹ ਆਪਣੇ ਡਰ ਦੇ ਡਰੇ ਹੋਏ ਆ ਸਾਰੇ, ਆਪਣੇ ਕਾਰਵਾਈਆਂ ਤੇ ਆਪਣੇ ਕੰਮਾਂ ਦੇ ਡਰੇ ਹੋਏ ਆ ਵੀ ਸਾਡੇ ਪਿੱਛੇ ਵੀ ਪੈਣਗੇ। ਚੰਨੀ ਹੋਣਾ ਦੀ ਵੀ ਇਹੀ ਗੱਲ ਆ, ਚੰਨੀ ਹੋਣੀ ਵੀ ਇਸ ਕਰਕੇ ਸ਼ਾਇਦ ਡਰੇ ਹੋਣ। ਚੰਨੀ ਹੋਣੀ ਤਾਂ ਕਿਤੇ ਦੇਖੇ ਨਹੀਂ ਜਾਂਦੇ, ਕਿਤੇ ਬਾਹਰ ਨਜ਼ਰ ਹੀ ਨਹੀਂ ਆਉਂਦੇ। ਸਾਬਕਾ ਮੁੱਖ ਮੰਤਰੀ ਨੇ, ਕਿਤੇ ਨਜ਼ਰ ਤਾਂ ਆਉਣੇ ਚਾਹੀਦੇ ਆ। ਦੇਖੋ ਚੰਨੀ ਹੋਣੀ ਦਾ ਤਾਂ ਜਿਹੜਾ ਹੈਗਾ ਨਾ, ਉਹਨਾਂ ਨੇ ਆਪਦਾ ਭਵਿੱਖ ਆਪ ਹੀ ਖਤਮ ਕਰ ਲਿਆ। ਆਪੇ ਹੱਥੜੀਏ ਤੈਨੂੰ ਕੌਣ ਛਡਾਵੇ।
ਉਹ ਜਿਸ ਪਾਸੇ ਨੂੰ ਤੁਰ ਪਏ ਸੀ। ਉਹਨਾਂ ਨੂੰ ਕੋਈ ਗ੍ਰਿਫਤਾਰੀ ਦਾ ਡਰ ਹੈ, ਕੀ ਚੱਕਰ ਹੈ? ਨਹੀਂ ਡਰ ਤਾਂ ਹੈਗਾ ਹੀ ਹੈ। ਜਦ ਉਹਨਾਂ ਦੇ ਤਾਂ ਪੱਕਾ ਹੀ ਈਡੀ ਦਾ ਕੇਸ ਬਣਿਆ ਹੋਇਆ ਹੈ। ਉਦੋਂ ਬਾਅਦ ਜਿਹੜੇ ਹੁਣ ਉਹਨਾਂ ਦੇ ਸਮਰਥਕ ਫੜੇ ਜਾ ਰਹੇ ਨੇ ਸਾਰੇ ਜਿਹੜੇ ਪੜੋਸ ਨੇ, ਜਦ ਹੁੰਦਾ ਨਾ ਕੋਈ ਹੋਰ ਜਿਨ੍ਹਾਂ ਨਾਲ ਸਾਰੀ ਘਰੇਲੂ ਉਹ ਸੀਗੀ, ਉਹਦੇ ਵਿੱਚ ਉਹਨਾਂ ਨੂੰ ਮਿਲਦੇ ਰਹੇ ਨੇ, ਉਹ ਉਹਨਾਂ ਨੂੰ ਗੱਡੀਆਂ ਦਿੱਤੀਆਂ ਹੋਈਆਂ ਸੀ, ਸਿਕਿਉਰਿਟੀ ਦਿੱਤੀ ਹੋਈ ਸੀ, ਉਹਨਾਂ ਗੱਲਾਂ ਦੇ ਵਿੱਚ ਅੰਦਰ ਡਰ ਤਾਂ ਹੈਗਾ ਹੀ ਹੈ। ਉਹ ਪਰ ਅਜੇ ਕੋਈ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਨੂੰ ਛੇਤੀ ਹੱਥ ਚੋਂ ਡਰਦੇ ਨੇ। ਕਿਉਂ? ਜਦ ਬੰਦਾ ਨਾ ਆਪ ਗਲਤ ਕਰਿਆ ਹੋਵੇ ਕਈ ਵਾਰ ਉਦੋਂ ਜ਼ਿਆਦਾ ਉਹ ਡਰਦਾ ਹੈ, ਤੇ ਜੇ ਉਹਨੇ ਗਲਤ ਨਾ ਕਰਿਆ ਹੋਵੇ ਨਹੀਂ, ਜਦੋਂ ਉਹਨਾਂ ਦੇ ਘਰ ਤੱਕ ਪਹੁੰਚ ਗਈ ਹੈ ਵਿਜੀਲੈਂਸ, ਉਹਦੇ ਇੱਕ ਨਜ਼ਦੀਕੀ ਠੇਕੇਦਾਰ ਨੂੰ ਅਰੈਸਟ ਕਰ ਲਿਆ, ਉਹਦਾ ਭਾਂਜਾ ਅੰਦਰ ਹੈਗਾ, ਉਹਦੇ ਭਾਂਜੇ ਦੇ ਖੁਲਾਸੇ ਕਹਿੰਦੇ ਹੌਲੀ ਹੌਲੀ ਕਰਕੇ ਬਾਹਰ ਲਿਆ ਰਹੇ ਆ, ਤੇ ਸਾਰੇ ਮਾਮਲੇ ਜਿਹੜੇ ਨੇ ਉਹਦਾ ਈਡੀ ਨੇ ਬਕਾਇਦਾ ਕਾਬੂ ਕੀਤੇ ਹੋਏ ਆ। ਇਹ ਤਾਂ ਹਲੇ ਵਿਜੀਲੈਂਸ ਨੇ ਤਾਂ ਹੁਣ ਕਾਰਵਾਈ ਸ਼ੁਰੂ ਕੀਤੀ ਹੈ, ਆਪਣੀ ਵਿਜੀਲੈਂਸ ਨੇ ਅੱਗੇ ਕਾਰਵਾਈ ਤਾਂ ਜਿਹੜੀ ਹੈ ਉਹਨੂੰ ਜਾਰੀ ਰੱਖਣਾ ਹੈ। ਨਹੀਂ ਉਹ ਰੱਖਣਗੇ। ਦੇਖੋ ਮਦਨਦੀਪ ਜੀ, ਤੁਸੀਂ ਠੀਕ ਕਹਿ ਰਹੇ ਹੋ, ਵਿਜੀਲੈਂਸ ਵੀ ਆਪਣੀ ਕਾਰਵਾਈ ਜਾਰੀ ਰੱਖੇਗਾ, ਈਡੀ ਵੀ ਜਾਰੀ ਰੱਖੇਗਾ। ਗੱਲ ਇਹ ਹੈ, ਇਹਨਾਂ ਨੂੰ ਡਰ ਇਹ ਹੈ, ਇਹਨਾਂ ਨੂੰ ਐਡੀ ਛੇਤੀ ਉਹਨਾਂ ਨੇ ਹੱਥ ਨਹੀਂ ਡਰਾਏ ਨਾ ਧਮਕਾਏ ਵਾਲੀ ਗੱਲ ਹੈ ਅਜੇ ਤਾਂ, ਪਰ ਇਹਨਾਂ ਨੂੰ ਆਪਦਾ ਅੰਦਰਲਾ ਡਰ, ਕਿਉਂਕਿ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਬਹੁਤ ਨੈਗੇਟਿਵ ਕਰੇ ਹੋਏ ਨੇ। ਜਦ ਇਹ ਸੀਐਮ ਸੀਗੇ ਉਦੋਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਵੀ ਜਿਹਨਾਂ ਦੇ ਮਾਰਨ ਦੇ ਬਾਰੇ, ਇਹਨਾਂ ਦੇ ਬਾਰੇ ਜੋ ਇਹਨਾਂ ਦਾ ਵਰਤਾਓ ਸੀਗਾ ਮਹਿਲਾ ਅਫਸਰਾਂ ਦੇ ਨਾਲ, ਉਹਦੇ ਚੋਂ ਇਹਨਾਂ ਨੂੰ ਡਰ ਤਾਂ ਹੈਗਾ ਹੀ ਹੈ। ਕਿਉਂਕਿ ਇੱਕ ਸਰਕਾਰ ਹੁੰਦੀ ਹੈ ਜਿਹੜੀ ਪੈਰਲਲ ਅਫਸਰ ਹੁੰਦੇ ਨੇ, ਉਹ ਪੈਰਲਲ ਜਿਹੜੀ ਸਰਕਾਰ ਹੈ, ਉਹ ਸਰਕਾਰ 'ਚ ਉਹ ਬੈਠੇ ਨੇ ਜਿਨ੍ਹਾਂ ਨੂੰ ਇਹਨਾਂ ਨੇ, ਜਿਹੜਾ ਇਹਨਾਂ ਦਾ ਕਿਸੇ ਵੀ ਤਰ੍ਹਾਂ ਕੋਈ ਰਾਈਟ ਨਹੀਂ ਬਣਦਾ ਸੀ, ਬਲਕਿ ਇਹਨਾਂ ਦੀ ਡਿਊਟੀ ਬਣਦੀ ਸੀ ਉਹਨੂੰ ਪ੍ਰੋਟੈਕਟ ਕਰਨਾ। ਸੋ ਇਸ ਕਰਕੇ ਇਹ ਅੰਦਰੋਂ ਡਰ 'ਚੋਂ ਮੋਰਲੀ ਕਮਜ਼ੋਰ ਨੇ, ਉੱਥੋਂ ਅੰਦਰੋਂ ਡਰੇ ਹੋਏ ਨੇ। ਜੇ ਅੰਦਰੋਂ ਨਾ ਡਰੇ ਹੁਣ ਕੋਈ ਗੱਲ ਨਹੀਂ, ਫਿਰ ਕੀ ਹੁੰਦਾ, ਅਰੈਸਟ ਹੋ ਜਾਣਗੇ, ਤਾਂ ਕਿ ਕਦੀ ਨਾ ਕਦੀ ਸੱਚੇ ਬੰਦੇ ਵੀ ਕਹਿੰਦੇ ਸੱਚੇ ਫਾਂਸੀ ਚੜ੍ਹਦੇ। ਹਾਲੇ ਸਮਾਂ ਵੀ ਲੰਬਾ ਪਿਆ ਆ। ਹਾਂ, ਸਮਾਂ ਵੀ ਬਥੇਰਾ ਪਿਆ। ਅਜੇ ਸਰਕਾਰ ਸ਼ੁਰੂ ਹੋਈ ਹੈ, 3 ਮਹੀਨੇ ਹੋਏ ਨੇ ਅਜੇ। ਇਹ ਤਾਂ ਕਹਿੰਦੇ ਮੈਂ 111 'ਚ ਕੁਛ ਕਰਤਾ, 111 'ਚ ਇਹ ਤਾਂ ਕਿਸੇ ਨੂੰ ਡਰਾ ਨਹੀਂ ਸਕੇ ਸੀ। ਤੇ ਆਹ ਤੁਸੀਂ ਦੇਖ ਲਓ ਵੀ ਅਜੇ 111 ਮੈਨੂੰ ਹੋਏ ਨਹੀਂ ਤੇ ਸਭ ਡਰੇ ਫਿਰਦੇ ਨੇ। ਇਹ ਫਰਕ ਹੈ। ਪਰ ਡਾਕਟਰ ਸਾਹਿਬ ਇੱਕ ਗੱਲ ਹੈਗੀ ਹੈ, ਠੀਕ ਹੈ, ਸਰਕਾਰ ਡਰਾਈ ਤਾਂ ਜਾਂਦੀ ਹੈ, ਵਿਰੋਧੀਆਂ ਨੂੰ ਡਰਾਈ ਜਾਂਦੀ ਹੈ, ਚਲੋ ਵਿਰੋਧੀਆਂ ਕੋਲੇ ਕਾਰਨ ਪਏ ਆ, ਇਸ ਕਰਕੇ ਉਹਨਾਂ ਤੇ ਕਾਰਵਾਈਆਂ ਵੀ ਹੋ ਰਹੀਆਂ ਨੇ। ਪਰ ਦੂਜੇ ਪਾਸੇ ਭਗਵੰਤ ਮਾਨ ਹੁਣੇ ਕਈ ਮੁੱਦਿਆਂ ਦੇ ਉੱਤੇ ਚੁੱਪ ਨੇ, ਜਿਹੜੇ ਮੁੱਦਿਆਂ ਤੇ ਉਹਨਾਂ ਨੂੰ ਬੋਲਣਾ ਚਾਹੀਦਾ, ਜਿਹੜੇ ਮੁੱਦਿਆਂ ਤੇ ਐਕਸ਼ਨ 'ਚ ਆਉਣਾ ਚਾਹੀਦਾ। ਮਿਸਾਲ ਦੇ ਤੌਰ ਤੇ ਜਿਹੜੀਆਂ ਕੇਂਦਰ ਦੀਆਂ ਵਧੀਕੀਆਂ ਪੰਜਾਬ ਦੇ ਖਿਲਾਫ, ਉਹਨੂੰ ਲੈ ਕੇ ਤਾਂ ਐਕਸ਼ਨ ਬੋਰਡ 'ਚ ਆਉਣਾ ਚਾਹੀਦਾ ਸੀ ਸਰਕਾਰ ਨੂੰ। ਹੁਣ ਯੂਨੀਵਰਸਿਟੀ ਦਾ ਮਾਮਲਾ ਹੈ, ਵਿਦਿਆਰਥੀ ਐਕਸ਼ਨ 'ਚ ਨੇ, ਵਿਦਿਆਰਥੀ ਸੰਘਰਸ਼ ਕਰ ਰਹੇ ਯੂਨੀਵਰਸਿਟੀ ਬਚਾਉਣ ਲਈ, ਮਾਨ ਹੁਣੇ ਕਿਤੇ ਨਜ਼ਰ ਨਹੀਂ ਆ ਰਹੇ। ਦੇਖੋ ਉਹ ਗੱਲ ਜਿਹੜੀ ਤੁਸੀਂ ਕਹਿੰਦੇ ਹੋ, ਜਿਹੜਾ ਆਪ ਪਾਰਟੀ ਦਾ ਤਾਂ ਏਜੰਡਾ ਹੀ ਨਹੀਂ ਹੈ ਸੈਂਟਰ ਸਟੇਟ ਰਿਲੇਸ਼ਨਸ਼ਿਪ। ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਸਾਰੀਆਂ ਪਾਵਰਾਂ ਦਿੱਤੀਆਂ, ਉਹ ਤਾਂ ਚੁੱਪ ਹੀ ਕਰ ਗਈ। 62 MLA ਉੱਥੇ ਉਹਨਾਂ ਦੇ। ਇੱਥੇ ਤਾਂ ਫੋਰਚੂਨੇਟਲੀ ਉਹਨੇ MLA ਨਹੀਂ ਹੈਗੇ ਜਿੰਨੇ ਉੱਥੇ ਦਿੱਲੀ 'ਚ ਸੀਗੇ, ਕਿਉਂਕਿ ਇੱਥੇ 117 ਚੋਂ 92 ਨੇ, ਉੱਥੇ 17 ਚੋਂ 62 ਸੀਗੇ। ਸੋ ਇਹਦੇ ਬਾਵਜੂਦ ਉੱਥੇ ਇਹ ਬੋਲੇ ਨਹੀਂ ਹੈਗੇ। ਸੋ ਜਦ ਉੱਥੇ ਨਹੀਂ ਬੋਲੇ, ਸਾਰੀਆਂ ਪਾਵਰਾਂ ਹੋ ਕੇ ਐਲਜੀ ਨੂੰ ਦੇਤੀਆਂ ਕੇਂਦਰ ਨੇ, ਇੱਥੇ ਕੀ ਬੋਲਣਾ? ਸੋ ਸੈਂਟਰ ਸਟੇਟ ਰਿਲੇਸ਼ਨ ਤੇ ਨਹੀਂ ਬੋਲਦੇ। ਗੱਲ ਇਹ ਨਾ ਕਿ ਮੁੱਖ ਮੰਤਰੀ ਦੇ ਗੁਆਂਢ 'ਚ ਵਿਦਿਆਰਥੀਆਂ ਦੇ ਉੱਤੇ ਜ਼ੁਲਮ ਕੀਤੇ ਜਾਣਾ, ਉਹਨਾਂ ਦੇ ਸੰਘਰਸ਼ ਨੂੰ ਕੁਚਲਣ ਲਈ ਪੁਲਿਸ ਵੱਲੋਂ ਜਿਹੜੀ ਹੈ ਉਹ ਡਾਂਗਾ ਦਾ ਸਹਾਰਾ ਲੈਣਾ, ਇਹਦੇ ਤੇ ਖਿਲਾਫ ਡਟ ਕੇ ਮਾਨ ਸਾਹਿਬ ਨੂੰ ਬੋਲਣਾ ਚਾਹੀਦਾ ਸੀ। ਨਹੀਂ ਮਾਨ ਸਾਹਿਬ ਨੇ ਤਾਂ ਬੋਲਦੇ ਜੇ ਮਾਨ ਸਾਹਿਬ ਦੇ ਉੱਥੋਂ ਅੰਬ ਸਾਹਿਬ ਚੋਂ ਤਾਂ ਉੱਥੇ ਸ਼ੁਰੂ ਹੋਏ ਸੀਗੇ, ਜਿਹੜੇ ਮੁਹਾਲੀ ਦੇ ਵਿੱਚ, ਜੋ ਮੁਹਾਲੀ ਦੇ ਬਾਰਡਰ ਦੇ ਉੱਤੇ ਹੋਇਆ ਨਾ ਸਾਰਾ। ਜਿਹੜਾ ਇਹ ਤੌਰ ਤਰੀਕਾ ਸੀ, ਇਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਦੇਖੋ ਜੀ ਵਿਦਿਆਰਥੀ ਜਾ ਰਹੇ ਨੇ ਸ਼ਾਂਤਮਈ, ਜਾ ਕੇ ਗਵਰਨਰ ਨੂੰ ਆਪਦਾ ਮੈਮੋਰੰਡਮ ਦੇਣਾ ਚਾਹੁੰਦੇ ਨੇ, ਕਿ ਗਵਰਨਰ ਨੂੰ ਮੈਮੋਰੰਡਮ ਦੇਣ 'ਚ ਕਿਹੜੀ ਮਾੜੀ ਗੱਲ ਸੀ। ਵਿਦਿਆਰਥੀ ਯੂਨੀਅਨਾਂ ਇਕੱਠੀਆਂ ਹੋਈਆਂ ਨੇ, ਰੋਸ ਹੈ, ਠੀਕ ਹੈ, ਯੂਨੀਵਰਸਿਟੀ ਪੰਜਾਬ ਦੀ ਹੈ, ਵਿਦਿਆਰਥੀ ਠੀਕ ਸੀ ਇਸ ਗੱਲ ਦੇ ਉੱਤੇ। ਇਹ ਜ਼ਰੂਰ ਹੈ ਵੀ ਮਾਨ ਸਾਹਿਬ ਅਪੀਲ ਕਰਦੇ ਵੀ ਭਾਈ ਕੋਈ ਵਾਇਲੈਂਸ ਵਗੈਰਾ ਨਾ ਕਰ ਬੈਠੇ ਹੋ, ਤੁਸੀਂ ਨੌਜਵਾਨ ਹੋ, ਨੌਜਵਾਨ ਖੂਨ ਗਰਮ ਹੁੰਦਾ ਹੈ, ਕਈ ਵਾਰੀ ਕੋਈ ਸ਼ਰਾਰਤੀ ਅੰਸਰ ਵੀ ਖਰਾਬ ਕਰਦਾ ਹੈ, ਵੀ ਸ਼ਾਂਤਮਈ ਜਾ ਕੇ ਇੱਧਰੋਂ ਯੂਟੀ ਸਰਕਾਰ ਨੂੰ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ, ਇਹਨਾਂ ਨੂੰ ਜਾਣ ਦਿਓ। ਉਹ ਤਾਂ ਕਰਿਆ ਹੀ ਨਹੀਂ, ਉਹ ਰੋਲ ਤਾਂ ਨਹੀਂ ਪਲੇ ਕਰਿਆ ਕਿਉਂਕਿ ਇਹ ਤਾਂ ਸੈਂਟਰ ਸਟੇਟ ਰਿਲੇਸ਼ਨ ਦੇ ਆਪ ਹੀ। ਤੁਸੀਂ ਮੈਨੂੰ ਦੱਸੋ, ਜਿੱਦਾਂ ਦਾ ਉਹ ਫੈਸਲਾ ਆਇਆ ਹੈ, ਮਾਨ ਸਰਕਾਰ ਦੱਸੇ ਵੀ ਇਹਨਾਂ ਨੇ ਕੀ ਕਰਿਆ? ਇਹਨਾਂ ਨੇ ਤਾਂ ਕੁਛ ਕਰਿਆ ਹੀ ਨਹੀਂ ਉਹਦੇ ਤੇ, ਜਦ ਕਿ ਇਹਨਾਂ ਦੇ ਇਮੀਡੀਏਟਲੀ ਤੁਰੰਤ, ਇੱਕ ਤਾਂ ਇਹ ਆਪ ਪਾਰਟੀ ਨੇ ਉਸ ਕੇਸ 'ਚ, ਸ਼ਾਇਦ ਬਹੁਤ ਲੋਕਾਂ ਨੂੰ ਪਤਾ ਨਹੀਂ, ਤੇ ਇਹ ਦੱਸੇ ਸਰਕਾਰ ਲੋਕਾਂ ਦੇ ਵਿੱਚ ਕਟਹਿਰੇ 'ਚ ਖੜੀ ਹੋ ਕੇ ਵੀ ਅਸੀਂ ਆਹ ਕਰਿਆ, ਇਸ 'ਚ ਅਸੀਂ ਸੁਪਰੀਮ ਹਾਈ ਕੋਰਟ ਦੇ ਵਿੱਚ ਨਜ਼ਰਸਾਨੀ ਪਟੀਸ਼ਨ ਪਾਈ ਹੈ ਕਿ ਜੀ ਇਹ ਫੈਸਲਾ ਤੁਸੀਂ
ਅੰਤਰਮ ਆਰਡਰ ਹੁਕਮ ਕਰਿਆ ਜਿਹੜਾ, ਇਹ ਸਾਨੂੰ ਤਾਂ ਸੁਣਵਾਈ ਨਹੀਂ ਹੋਈ ਸਾਡੀ, ਤਾਂ ਸਾਨੂੰ ਤਾਂ ਪਤਾ ਹੀ ਨਹੀਂ ਵੀ ਤੁਸੀਂ ਹੁਕਮ ਕਰਿਆ, ਸਾਡੇ ਕੋਲ ਤਾਂ ਨੋਟਿਸ ਗਏ ਤੋਂ ਪਤਾ ਲੱਗਿਆ ਤੇ ਤੁਸੀਂ ਇਹਨੂੰ ਆਪਦੇ ਨੂੰ ਮੁੜ ਵਿਚਾਰੋ। ਜੇ ਉਹ ਨਹੀਂ ਮੰਨਦੇ LPA ਪਾਉਣੀ, ਲੈਟ ਪੇਟੈਂਟ ਅਪੀਲ, ਉਹ ਵੀ ਨਹੀਂ ਤੇ ਫਿਰ ਉਦੋਂ ਅੱਗੇ ਸੁਪਰੀਮ ਕੋਰਟ ਜਾਣਾ। ਇਹ ਤਾਂ ਇਹਨਾਂ ਕੋਲ ਕਾਨੂੰਨੀ ਹੈਗਾ ਸੀ, ਕਿਉਂਕਿ ਪਾਰਟੀ ਹੈ ਪੰਜਾਬ ਸਰਕਾਰ। ਜਦ ਪਾਰਟੀ ਹੈ ਪੰਜਾਬ ਸਰਕਾਰ, ਉੱਥੇ ਨਹੀਂ ਇਹ ਬੋਲੀ। ਦੂਜਾ ਕੇਂਦਰ ਨੂੰ ਕਹਿਣਾ, ਕੇਂਦਰ ਤੇ ਦਬਾਅ ਪਾਉਣਾ ਸੀ ਪੋਲੀਟੀਕਲੀ ਕਿ ਇਹ ਕੀ ਕਰਿਆ ਇਹ ਖਿਲਾਫ। ਕੇਂਦਰ ਨੂੰ ਉਹਨਾਂ ਨੇ ਪੁੱਛਿਆ ਨੋਟਿਸ ਦੇ ਕੇ ਮਾਨਯੋਗ ਅਦਾਲਤ ਨੇ, ਤੁਸੀਂ ਕਹੋ ਵੀ ਦੇਖੋ ਹਾਈ ਕੋਰਟ 'ਚ ਡਟ ਕੇ ਜਵਾਬ ਦਿਓ ਇਸ ਦਾ ਵੀ ਇਹ ਕੇਂਦਰ ਦੀ ਯੂਨੀਵਰਸਿਟੀ ਨਹੀਂ ਹੈ, ਇਹ ਸਾਂਝੀ ਯੂਨੀਵਰਸਿਟੀ ਹੈ UT ਔਰ ਚੰਡੀਗੜ੍ਹ ਦੀ, UT ਚੰਡੀਗੜ੍ਹ ਔਰ ਪੰਜਾਬ ਨਿਕਲਦੀ ਲੱਗ ਰਹੀ ਹੈ ਨਾ। ਇਹ ਕੇਂਦਰ ਦੀ ਯੂਨੀਵਰਸਿਟੀ ਨਹੀਂ ਹੈ, ਇਹ ਮਲਟੀ ਸਟੇਟ ਯੂਨੀਵਰਸਿਟੀ ਹੈ। ਇਟ ਇਜ਼ ਨਾਟ ਅ ਸੈਂਟਰਲ ਯੂਨੀਵਰਸਿਟੀ। ਇਹ ਫਰਕ ਹੈ ਦੋਵਾਂ 'ਚ। ਇਤਿਹਾਸਕ ਯੂਨੀਵਰਸਿਟੀ ਹੈ ਪੰਜਾਬ ਦੀ। ਬਠਿੰਡੇ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਹੈ ਉਹ ਕੱਲੇ ਪੰਜਾਬ 'ਚ। ਸੋ ਇੱਕ ਸਟੇਟ ਹੋਣਾ, ਦੋ ਸਟੇਟ ਹੋਣਾ ਯੂਨੀਵਰਸਿਟੀ ਦਾ ਕਰੈਕਟਰ ਤੈਅ ਨਹੀਂ ਕਰਦਾ ਵੀ ਉਹ ਸਟੇਟ ਦੀ ਹੈ ਜਾਂ ਸੈਂਟਰ ਦੀ ਹੈ। ਸੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ, ਪਹਿਲਾਂ ਤੋਂ ਹੀ ਪੰਜਾਬ ਦੀ ਹੈ। ਹੁਣ ਇਹਦੇ 'ਚ UT ਕਿਉਂਕਿ ਵੱਖਰਾ ਕਰਤਾ ਉਹਨਾਂ ਨੇ ਗਿਣ ਕੇ, ਮੰਨ ਲਓ ਵੀ 2 ਸਟੇਟਾਂ ਦੀ ਹੈ, UT ਨੂੰ ਇੱਕ ਸਕਸੈਸਰ ਸਟੇਟ ਮੰਨ ਲਿਆ। ਪਰ ਇਹ ਸੈਂਟਰ ਦੀ ਤਾਂ ਯੂਨੀਵਰਸਿਟੀ ਨਹੀਂ ਨਾ ਹੈਗੀ। ਸੈਂਟਰ ਦਾ ਫੰਡ ਦੇ ਕੱਲ ਨੂੰ ਤਾਂ ਐਂ ਤਾਂ ਸੈਂਟਰ ਇੱਥੇ ਬਥੇਰੀਆਂ ਸਕੀਮਾਂ 'ਚ ਫੰਡ ਦਿੰਦਾ ਤੇ ਫਿਰ ਪੰਜਾਬ ਸੈਂਟਰ ਦਾ ਹੋ ਗਿਆ। ਹਾਂ ਬਿਲਕੁਲ ਠੀਕ ਹੈ। ਹੈਲਥ 'ਚ, ਐਜੂਕੇਸ਼ਨ 'ਚ, ਮਨਰੇਗਾ ਤਾਂ ਸਾਰਾ ਪੈਸੇ ਕੇਂਦਰ ਦਾ ਆਉਂਦਾ। ਤਾਂ ਫਿਰ ਜਿਹੜੀ ਪਰ ਕੇਂਦਰ ਵੱਧ ਤਾਂ ਲੱਗ ਜਾਂਦੇ ਕੇਂਦਰ ਦੇ ਬਣ ਜਾਣਗੇ। ਹਾਂ ਵੀ ਕੇਂਦਰ ਦਾ ਜੀ ਵੱਧ ਤਾਂ ਉਧਰ ਨੂੰ ਰਿਹਾ। ਕੇਂਦਰ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਤਾਂ ਇਸ ਤਰ੍ਹਾਂ ਹੀ ਸ਼ੋਅ ਹੋ ਰਹੀਆਂ, ਜਿਵੇਂ ਹੌਲੀ ਕਰਕੇ ਪੰਜਾਬ ਨੂੰ ਇੱਕ ਨਗੂਣਾ ਜਾਂ ਛੋਟਾ ਜਿਹਾ ਸੂਬਾ ਬਣਾ ਕੇ ਰੱਖ ਦੇਣਾ ਆ। ਪਰ ਅਗਲੀ ਜਿਹੜੀ ਖਬਰ ਹੈ ਡਾਕਟਰ ਸਾਹਿਬ, ਵੀ ਬੜੀ ਮਹੱਤਵਪੂਰਨ ਹੈ। ਸਮਾਂ ਕਿਉਂਕਿ ਸਾਡੇ ਕੋਲ ਅੱਗੇ ਥੋੜਾ ਰਹਿ ਜਾਣਾ ਹੈ। ਭਗਵੰਤ ਮਾਨ ਨੇ ਇੱਕ NRIs ਦੇ ਲਈ ਬੜਾ ਵੱਡਾ ਐਲਾਨ ਕੀਤਾ ਹੈ। ਵੱਡਾ ਇਸ ਕਰਕੇ ਹੈਗਾ, ਬੜੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਦਿੱਲੀ ਏਅਰਪੋਰਟ ਤੇ ਬੱਸਾਂ ਜਾਣ। ਅੱਜ ਭਗਵੰਤ ਮਾਨ ਉਹਨਾਂ ਨੇ ਐਲਾਨ ਕਰਤਾ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਜਿਹੜੀਆਂ ਖਾਸ ਕਰਕੇ ਵੋਲਵੋ ਬੱਸਾਂ ਆ, ਉਹ ਏਅਰਪੋਰਟ ਤੇ ਜਾਣਗੀਆਂ। ਇਹਦੇ ਬਾਰੇ ਥੋੜੀ ਜਿਹੀ ਗੱਲ ਕਰੋ। ਦੇਖੋ ਗੱਲ ਇਹ ਆ ਵੀ ਹੁਣ ਤੱਕ ਇਹ ਚਾਹੇ ਮਿਲੀ ਭੁਗਤ ਕਹਿ ਲਓ, ਕਿਉਂਕਿ ਪ੍ਰਾਈਵੇਟ ਬੱਸਾਂ ਉੱਥੇ ਜਾਂਦੀਆਂ ਸੀ, ਉਹ ਬਾਦਲਾਂ ਬਹੁਤੀਆਂ ਬੱਸਾਂ ਸੀਗੀਆਂ, ਉਹਦਾ ਚੰਗਾ ਕਿਰਾਇਆ ਹੈ, ਲੋਕ ਜਾਣ ਨੂੰ ਕੰਫਰਟੇਬਲ ਬੱਸਾਂ ਨੇ। ਵੋਲਵੋ ਬੱਸ ਜਿਹੜੀ ਹੈ ਉਹ ਸਰਕਾਰੀ ਬੱਸ, ਉਹ ਵੀ ਉਨੀ ਕੰਫਰਟੇਬਲ ਹੈ। ਉਹ ਜਾਣਾ ਅਲਾਊਡ ਨਹੀਂ ਸੀ। ਉਹਦੇ 'ਚ ਦਿੱਲੀ ਸਰਕਾਰ ਨਾਲ ਹੋਰ ਕਈ ਗੱਲਾਂ ਇਹਨਾਂ ਨੇ ਕਰੀਆਂ, ਹਾਲਾਂਕਿ ਉਹ ਇਕੱਲੀ ਦਿੱਲੀ ਸਰਕਾਰ ਦੇ ਦਾਇਰੇ ਦੇ ਵਿੱਚ ਨਹੀਂ ਸੀਗਾ। ਸੋ ਉਹ ਬੱਸਾਂ ਨਾ ਜਾਣਾ ਗਲਤ ਸੀਗਾ, ਕਿਉਂਕਿ ਇੱਥੋਂ ਦੇ ਟਰਾਂਸਪੋਰਟ ਮਾਫੀਆ ਨੇ ਉਹ ਬੱਸਾਂ ਨੂੰ ਜਾਣ ਤੋਂ ਰੋਕਿਆ ਹੋਇਆ ਸੀ। ਉਹਨਾਂ ਦਾ ਤੇ ਚੰਡੀਗੜ੍ਹ ਦੇ ਵਿੱਚੋਂ ਸਾਰੀ ਸਰਕਾਰੀ ਬੱਸ ਉਹ ਖਤਮ ਕਰਕੇ ਪ੍ਰਾਈਵੇਟ ਰੱਖਦੇ ਨੇ। ਸੋ ਟੂਰਿਸਟ ਬੱਸਾਂ ਦੇ ਨਾਂ ਤੇ ਚੱਲਦੀਆਂ ਸੀ, ਹਾਲਾਂਕਿ ਚੱਲਦੀਆਂ ਰੈਗੂਲਰ ਸੀਗੀਆਂ। ਨਾਮ ਬਹੁਤ ਸਾਰੀਆਂ ਇਹੋ ਜਿਹੀਆਂ ਸੀ ਜਿਹੜੀਆਂ ਟੂਰਿਸਟ ਬੱਸਾਂ ਦੇ ਨਾਂ ਤੇ ਚੱਲਦੀਆਂ ਸੀ। ਸਵੇਰੇ ਚੱਲਦੀਆਂ ਨੇ, ਕਹਿੰਦੇ ਜੀ ਅਸੀਂ ਸਵੇਰੇ ਚੱਲੇ ਹਾਂ ਅਬੋਹਰ ਤੋਂ, ਸ਼ਾਮ ਨੂੰ ਚੰਡੀਗੜ੍ਹ ਤੋਂ ਵਾਪਸ ਜਾਂਦੇ ਹਾਂ, ਅਸੀਂ ਤਾਂ ਟੂਰ ਲੈ ਕੇ ਜਾ ਰਹੇ ਹਾਂ। ਰਸਤੇ ਉਹ ਸਵਾਰੀਆਂ ਚੁੱਕਦੇ ਜਾਂਦੇ, ਉੱਥੋਂ ਰੋਜ਼ ਸਵਾਰੀਆਂ ਬੁੱਕ ਕਰਦੇ ਨੇ, ਕੋਈ ਟੂਰ ਨਹੀਂ ਹੁੰਦਾ ਉਹ। ਸੋ ਇਸ ਕਰਕੇ ਟੂਰਿਸਟ ਦੇ ਨਾਂ ਤੇ ਉਹਨਾਂ ਨੂੰ ਟੈਕਸ ਵੀ ਘੱਟ ਦੇਣਾ ਪੈਂਦਾ ਸੀ। ਸੋ ਇਹ ਜਿਹੜਾ ਸੀ ਗਲਤ ਸੀਗਾ। ਇਹਨਾਂ ਨੇ ਠੀਕ ਕਰਿਆ ਇਹ ਜਲੰਧਰ ਚੋਂ, ਅੰਮ੍ਰਿਤਸਰ ਚੋਂ ਤੇ ਲੁਧਿਆਣੇ ਚੋਂ, ਉੱਥੋਂ ਜ਼ਿਆਦਾ ਚੱਲੀਆਂ ਨੇ। ਬਾਕੀ ਪਟਿਆਲਾ, ਬਠਿੰਡਾ, ਕਪੂਰਥਲਾ ਵਗੈਰਾ ਤੋਂ ਇਹ ਬੱਸਾਂ, ਹੁਸ਼ਿਆਰਪੁਰ ਚੋਂ ਇਹ ਜਾਣੀਆਂ ਨੇ, ਤਾਂ ਕਿ ਜਿਹੜੀਆਂ ਸਵਾਰੀਆਂ ਨੇ ਆਪਦੇ ਡਿਸਟ੍ਰਿਕਟ ਹੈੱਡਕੁਆਟਰ ਤੱਕ ਸੌਖੀਆਂ ਪਹੁੰਚ ਜਾਂਦੀਆਂ ਨੇ। ਗੱਡੀਆਂ ਲੋਕਾਂ ਕੋਲ ਹੁੰਦੀਆਂ ਹੀ ਨੇ। ਉੱਥੋਂ ਅੱਗੇ ਇਕੱਲੇ NRI ਨਹੀਂ, NRI ਦੇ ਜਿਹੜੇ ਇੱਥੇ ਪਰਿਵਾਰ ਰਹਿੰਦੇ ਨੇ ਉਹਨਾਂ ਵਾਸਤੇ ਵੀ ਹੋ ਗਿਆ। ਜਿਹੜੇ ਕੋਈ ਉੱਥੇ ਵੈਸੇ ਵਿਜ਼ਟਰ ਜਾ ਰਹੇ ਨੇ ਬਾਹਰ, ਬਹੁਤ ਸਾਰੇ ਲੋਕ ਜਾਂਦੇ ਨੇ ਜਿਹੜੇ ਨਹੀਂ NRIs ਨੂੰ ਅਸੀਂ ਤਾਂ ਕਹਿ ਰਹੇ ਹਾਂ ਕਿ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ। ਹਾਂ, ਉਹਨਾਂ ਨੂੰ ਬਹੁਤੀ ਆਉਂਦੀ ਸੀ, ਪਰ ਜਿਹੜੇ ਵਿਦਿਆਰਥੀ ਪੜ੍ਹਨ ਜਾਂਦੇ ਨੇ ਮੁਸ਼ਕਲ ਉਹਨਾਂ ਨੂੰ ਵੀ ਬਹੁਤ ਆਉਂਦੀ ਸੀ, ਕਿਉਂਕਿ ਪੰਜਾਬ ਦਾ ਤਕਰੀਬਨ 1.5 ਲੱਖ ਵਿਦਿਆਰਥੀ ਹਰ ਸਾਲ ਜਾ ਰਿਹਾ ਬਾਹਰ ਪੜ੍ਹਨ ਵਾਸਤੇ ਵੀ। ਜਿਹੜਾ ਪੜ੍ਹਨ ਵਾਸਤੇ ਜਾ ਰਿਹਾ ਉਹਨੇ ਵੀ ਤਾਂ ਆਉਣਾ ਜਾਣਾ ਹੁੰਦਾ ਨਾ। ਸੋ ਇਸ ਕਰਕੇ ਠੀਕ ਗੱਲ ਹੈ, ਤੁਸੀਂ ਠੀਕ ਕਿਹਾ, ਕਿਉਂਕਿ ਇੰਨੇ ਪਰਿਵਾਰ NRI ਨੇ, ਇੰਨੇ ਬੱਚੇ ਨੇ। ਸੋ ਇਹ ਗੱਲ ਠੀਕ ਕਹੀ ਹੈ। ਪੰਜਾਬ ਸਰਕਾਰ ਦੀ ਨਾਲ ਆਮਦਨ ਵੀ ਵਧੇਗੀ, ਪੰਜਾਬ ਸਰਕਾਰ ਦੀ ਇੱਜ਼ਤ ਵੀ ਵਧੇਗੀ ਤੇ ਲੋਕਾਂ ਨੂੰ ਸਹੂਲਤ ਵੀ। ਡਾਕਟਰ ਸਾਹਿਬ, ਇੱਕ ਹੋਰ ਬੜੀ ਮਹੱਤਵਪੂਰਨ ਖਬਰ ਹੈ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਐਕਸ਼ਨ 'ਚ ਆ ਗਏ। ਪਹਿਲਾਂ ਕਦੇ ਇਵੇਂ ਦੇਖਿਆ ਨਹੀਂ ਸੀ। ਪੰਜਾਬ ਦੇ ਵਿੱਚ ਬੜਾ ਕੁਝ ਵਾਪਰਦਾ ਹੁੰਦਾ ਸੀ, ਲੇਕਿਨ ਕੈਨੇਡਾ ਦੇ ਵਿੱਚ ਕੋਈ ਐਕਸ਼ਨ ਨਹੀਂ ਸੀ ਹੁੰਦਾ। ਇਹ ਪਹਿਲੀ ਵਾਰ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਜਿਹੜੇ ਇੱਥੇ ਇਸ ਤਰ੍ਹਾਂ ਦੇ ਅਨਸਰ ਰਹਿ ਰਹੇ ਆ ਜਿਹੜੇ ਕਿ ਦੇਸ਼ ਨੂੰ ਬਦਨਾਮ ਕਰ ਰਹੇ ਨੇ, ਹੋਰਨਾਂ ਦੇਸ਼ਾਂ ਦੇ ਵਿੱਚ ਕਾਰਵਾਈਆਂ ਕਰਕੇ ਮਾੜੀਆਂ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਦੇਸ਼ ਤੋਂ ਬਾਹਰ ਕੀਤਾ ਜਾਵੇਗਾ। ਉਹਨਾਂ ਦੇ ਦੇਸ਼ 'ਚ ਭੇਜਿਆ ਜਾਵੇਗਾ ਜਿਹੜਾ ਉਹਨਾਂ ਦਾ ਮੂਲ ਦੇਸ਼ ਆ। ਔਰ ਇੱਥੋਂ ਤੱਕ ਵੀ ਕਿਹਾ ਗਿਆ ਕਿ ਜੇ ਉਹ ਅੱਤਵਾਦੀ ਕਾਰਵਾਈਆਂ ਦੇ ਸ਼ਾਮਲ ਹੈਗੇ ਤਾਂ ਅਸੀਂ ਅੱਤਵਾਦੀ ਕਾਨੂੰਨ ਜਿਹੜਾ ਹੈ, ਅੱਤਵਾਦੀ ਵਿਰੋਧੀ ਕਾਨੂੰਨ ਹੈ,
ਉਹਦੇ ਤਹਿਤ ਕਾਰਵਾਈ ਕਰਾਂਗੇ। ਇਹਦੇ ਬਾਰੇ ਥੋੜੀ ਜਿਹੀ ਗੱਲ ਜ਼ਰੂਰ ਕਰੋ। ਦੇਖੋ, ਜਿੱਦਣ ਦਾ ਜਸਟਿਨ ਟਰੂਡੋ ਆਇਆ, ਇਹ ਜਿਹੜਾ ਨਾ ਕੈਨੇਡਾ ਦੀ ਜਿਹੜੀ ਸਰਕਾਰ ਹੈ, ਕੈਨੇਡਾ 'ਚ ਕਿਉਂਕਿ ਪੰਜਾਬੀ ਬਹੁਤ ਜ਼ਿਆਦਾ ਨੇ, ਆਪਾਂ ਨੂੰ ਪਤਾ ਹੀ ਹੈ ਜੀ। ਤੇ ਦੂਜੀ ਗੱਲ ਇਹ ਹੈ ਵੀ ਉੱਥੇ ਤਾਂ ਆਪਣੇ ਮੰਤਰੀ ਨੇ, ਆਪਣੇ ਉਹਨਾਂ ਦੇ ਜਿੱਤੇ ਹੋਏ ਨੇ ਕਿੰਨੇ, ਸੋ ਉਹਦੇ ਵਿੱਚ ਹੁਣ ਤੱਕ ਠੀਕ ਹੈ, ਗੱਲ ਤੁਹਾਡੀ ਸਹੀ ਗੱਲ ਹੈ ਵੀ ਹੁਣ ਤੱਕ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਐਕਸ਼ਨ ਲਿਆ ਨਹੀਂ ਸੀ ਜਿਹੜਾ ਲੈਣਾ ਬਣਦਾ ਸੀ। ਜਦ ਕੋਈ ਬੰਦਾ ਸਾਡੀ ਧਰਤੀ ਤੇ ਬੈਠ ਕੇ ਦੂਜਿਆਂ ਨੂੰ ਧਮਕੀਆਂ ਦੇਈ ਜਾਵੇ, ਉੱਥੇ ਕਤਲੋਗਾਰਤ ਦੀਆਂ ਕਾਰਵਾਈਆਂ ਕਰੀ ਜਾਵੇ, ਤਾਂ ਵੈਸੇ ਵੀ ਕਿਸੇ ਵੀ ਸਭ्य ਦੇਸ਼ ਦੀ ਇਹ ਡਿਊਟੀ ਬਣਦੀ ਹੁੰਦੀ ਹੈ ਕਿ ਉਸ ਗੱਲ ਨੂੰ ਰੋਕ ਕੇ ਦੂਜੇ ਦੇਸ਼ 'ਚ ਦਖਲਅੰਦਾਜ਼ੀ ਬਣ ਜਾਂਦੀ ਹੈ। ਇਹਦਾ ਮਤਲਬ ਤੁਸੀਂ ਉਹਨੂੰ ਸ਼ਰਨ ਦਿੱਤੀ ਹੈ ਜੇ ਤਾਂ ਸ਼ਰਨ ਦੇ ਵਿੱਚ ਕੁਝ ਸ਼ਰਤਾਂ ਹੁੰਦੀਆਂ ਨੇ ਵੀ ਤੁਸੀਂ ਕਾਰਵਾਈਆਂ ਹੋਈਆਂ ਜੇ ਨਹੀਂ ਕਰੋਗੇ, ਠੀਕ ਹੈ, ਉਹ ਸਰਕਾਰ ਨੂੰ ਤੁਸੀਂ ਉਹ ਬੰਦਾ ਨਹੀਂ ਦਿਓਗੇ। ਦੂਜੀ ਗੱਲ, ਇਹ ਉੱਥੇ ਤੁਹਾਡੇ ਕੋਲ ਵੈਸੇ ਆਏ ਨੇ, ਉਹ ਮਾਈਗ੍ਰੇਟ ਹੋ ਕੇ ਆਏ ਨੇ, ਤਾਂ ਵੀ ਉਹਦੇ 'ਚ ਕੋਈ ਸ਼ਰਤਾਂ ਹੋਣੀ ਚਾਹੀਦੀ। ਇਹ ਥੋੜਾ ਵੀ ਉੱਥੇ ਬੈਠ ਕੇ ਤੁਸੀਂ ਆਏ ਤਾਂ ਫਿਰ ਕਿਸੇ ਨੂੰ ਵੀ ਜਿਵੇਂ ਗੁਆਂਢੀ ਕਿਸੇ ਨੂੰ ਚੁੱਕ ਦੇਣ ਵਾਲੀ ਗੱਲ ਹੁੰਦੀ ਹੈ। ਕੈਨੇਡਾ ਨੇ ਠੀਕ ਹੋਣਾ ਕਿਉਂਕਿ ਉੱਥੇ ਪੰਜਾਬੀ ਦੀ ਵਸੋਂ ਬਹੁਤੀ ਹੋਣ ਕਰਕੇ ਉਹਨਾਂ ਨੂੰ ਡਰ ਇਹ ਵੀ ਪੈ ਗਿਆ ਵੀ ਉੱਥੇ ਕਰੀ ਜਾਂਦੇ ਨੇ, ਕੱਲ੍ਹ ਨੂੰ ਇੱਥੇ ਵੀ ਰੌਲਾ ਪਊਗਾ ਇਹ, ਕਿਉਂਕਿ ਉੱਥੇ ਹੁਣ ਵੀ ਉੱਥੇ ਬੜੇ ਕ੍ਰਾਈਮ ਹੋ ਰਹੇ ਨੇ। ਜੇ ਤੁਸੀਂ ਦੇਖੋ ਨਾ, ਅੱਜ ਉਹ ਕ੍ਰਾਈਮ ਲੋਕਾਂ ਦੇ ਸਾਹਮਣੇ ਆ ਨਹੀਂ ਰਹੇ, ਜਿਹੜੇ ਇੱਥੋਂ ਕਈ ਤਰ੍ਹਾਂ ਦੇ ਐਸੇ ਕ੍ਰਾਈਮ ਨੇ ਜਿਹੜੇ ਦੱਸਣੇ ਵੀ ਸ਼ਰਮ ਆਉਂਦੀ ਹੈ। ਸੋ ਉਹ ਜਿਹੜੇ ਕ੍ਰਾਈਮ ਦਾ ਕੈਨੇਡਾ ਨੂੰ ਹੁਣ ਪਤਾ ਲੱਗ ਚੁੱਕਾ ਵੀ ਇੱਥੇ ਵੀ ਹੋ ਰਹੇ ਨੇ, ਉਹਨੂੰ ਰੋਕਣ ਵਾਸਤੇ ਉਹ ਪਹਿਲਾ ਕੰਮ ਇਹ ਕਰਦੇ ਨੇ ਵੀ ਚੰਗਾ ਬਾਹਰ ਲਿਆਂ ਨੂੰ ਤੁਸੀਂ ਇਹ ਬਾਹਰ ਨਹੀਂ ਕਰਨਾ, ਇਹ ਨਹੀਂ ਕਰਨਾ। ਸੋ ਮੈਨੂੰ ਲੱਗਦਾ ਹੈ ਵੀ ਕੈਨੇਡਾ ਨੇ ਇਹ ਆਪਦੇ ਵਾਸਤੇ ਵੀ ਚੰਗਾ, ਉਹਨਾਂ ਵਾਸਤੇ ਤੇ ਸਾਡੇ ਵਾਸਤੇ ਵੀ ਚੰਗਾ ਕਿ ਉੱਥੇ ਉਸ ਧਰਤੀ ਤੇ ਬੈਠ ਕੇ ਕੋਈ ਗਤੀਵਿਧੀ ਕਿਸੇ ਹੋਰ ਜਿਹੜੀ ਤੋੜਪੰਨ ਦੀ ਗਤੀਵਿਧੀ ਹੈ ਉਹ ਤਾਂ ਨਹੀਂ ਨਾ ਕਿ ਘੱਟੋ ਘੱਟ ਉਹਨਾਂ ਨੂੰ ਅਲਾਉ ਕਰਨੀ ਚਾਹੀਦੀ। ਬਿਲਕੁਲ ਹੀ ਇੱਥੇ ਚੱਕੇ ਉਹ ਕਰਨਾ ਸ਼ੁਰੂ ਕਰੋ, ਠੀਕ ਹੈ, ਪੋਲੀਟੀਕਲ ਡਿਫਰੈਂਸ ਵਾਲੇ ਬੰਦੇ ਰਹਿ ਸਕਦੇ ਨੇ, ਪਰ ਇਹ ਕਿੰਨੀ ਮਾੜੀ ਗੱਲ ਹੈ। ਇੱਥੇ ਬੋਲਣ ਨਹੀਂ ਦਿੰਦੇ। ਦੇਖੋ, ਅਕਸ ਕੀ ਰਹਿ ਜਾਂਦਾ ਹੈ ਕਿ ਤੁਸੀਂ ਕਿਸੇ ਦੇਸ਼ ਦੇ ਵਿੱਚ ਬੈਠੇ ਦੂਸਰੇ ਦੇਸ਼ ਦੇ ਵਾਸੀਆਂ ਨੂੰ ਧਮਕੀਆਂ ਦੇਈ ਜਾਓ ਕਿ ਤੁਹਾਨੂੰ ਅਸੀਂ ਰਾਤੋਂ ਰਾਤ ਕਤਲ ਕਰ ਦਾਂਗੇ, ਮਾਰ ਦਿਆਂਗੇ। ਔਰ ਮੈਂ ਇਹੀ ਕਹਿ ਰਿਹਾ, ਹਾਂਜੀ ਠੀਕ ਹੈ ਤੁਸੀਂ ਵੀ ਇਹ ਧਮਕੀਆਂ ਗਲਤ ਨੇ। ਉਂਝ ਜੇ ਕੋਈ ਕਹੇ ਉੱਥੇ ਬੈਠ ਕੇ ਅਗਲਾ ਕਿਉਂ ਨਹੀਂ ਕਹਿ ਸਕਦਾ ਜੀ ਅਸੀਂ ਅੱਛਾ ਦੀ ਡੈਮੋਕ੍ਰੇਸੀ ਦੀ ਮੂਵਮੈਂਟ ਵਾਸਤੇ ਜਾਂ ਇੱਥੇ ਜੋ ਵੀ ਅਸੀਂ ਆਪਦੀ ਆਜ਼ਾਦੀ ਵਾਸਤੇ ਆਪਦੇ ਉਸ ਵਾਸਤੇ ਕਹਿ ਸਕਦੇ। ਜਿੱਥੋਂ ਤੱਕ ਸਵਾਲ ਹੈ ਡੈਮੋਕ੍ਰੈਟਿਕਲੀ ਐਕਟੀਵਿਟੀਜ਼ ਕਰਨ ਦਾ, ਉਹ ਜਿਹੜੀਆਂ ਕਿ ਕਈ ਵਾਰ ਭਾਰਤ ਦੀ ਸਰਕਾਰ ਨਹੀਂ ਵੀ ਅਲਾਉ ਕਰਦੀ, ਉਹ ਦੂਜੇ ਦੇਸ਼ 'ਚ ਬੈਠ ਕੇ ਕਰੀਆਂ ਜਾ ਸਕਦੀਆਂ ਨੇ, ਕਰਨੀਆਂ ਚਾਹੀਦੀਆਂ ਵੀ। ਸਾਡੇ ਗਦਰੀ ਬਾਬੇ ਇਹੀ ਕੁਝ ਕਰਦੇ ਨੇ। ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਹੋਣਾ ਜਿਹੜਾ ਹਾਂ, ਜਿਹੜੀਆਂ ਕ੍ਰਿਮੀਨਲ ਐਕਟੀਵਿਟੀ ਸ਼ਾਮਲ ਹੋਣਾ ਇਹ ਗਲਤ ਹੈ। ਇਹ ਕੈਨੇਡਾ ਨੇ ਠੀਕ ਕਰਿਆ। ਮੈਂ ਇਹੀ ਕਹਿ ਰਿਹਾ ਵੀ ਇਹਨਾਂ ਦੋਹਾਂ ਨੂੰ ਫਰਕ ਰੱਖਣਾ ਚਾਹੀਦਾ ਹੈ। ਇੱਕ ਸਿਆਸੀ ਗਤੀਵਿਧੀਆਂ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਜਿਹਨੂੰ ਆਪਾਂ ਕਹੀਏ ਮੁਜਰਮਾਨਾ। ਬਿਲਕੁਲ ਡਾਕਟਰ ਸਾਹਿਬ, ਹਾਲਤ ਇਹ ਹੋਈ ਪਈ ਹੈ ਕਰ ਰਹੇ ਸੀ ਕਿ ਕੈਨੇਡਾ ਦੀ ਨਾ ਇਸ ਤਰ੍ਹਾਂ ਦੀ ਛਵੀ ਬਣਦੀ ਜਾ ਰਹੀ ਹੈ ਜਿਵੇਂ ਉੱਥੇ ਅਪਰਾਧੀਆਂ ਨੂੰ ਸ਼ਰਮ ਦੇਣ ਵਾਲਾ ਦੇਸ਼ ਹੈ। ਉਹ ਬਿਲਕੁਲ ਠੀਕ ਬਣ ਰਹੀ ਹੈ, ਤੁਹਾਡੀ ਗੱਲ ਠੀਕ ਹੈ। ਹਾਂ, ਇਹ ਪਿਛਲੇ ਸਮੇਂ 'ਚ ਲਗਾਤਾਰ ਬਣ ਰਹੀ ਹੈ ਕਿ ਅਪਰਾਧੀਆਂ ਨੂੰ, ਕਿਉਂਕਿ ਉੱਥੇ ਅਪਰਾਧੀ ਸ਼ਰੇਆਮ ਦੰਦ ਗੱਲਾਂ ਕਰਦੇ ਨੇ। ਜਦ ਉਹ ਦੰਦ ਇਦਾਂ ਦੀਆਂ ਗੱਲਾਂ ਕਰਨਗੇ ਤਾਂ ਨੈਚੁਰਲੀ ਉਹਦੀ ਛਵੀ ਇਹੀ ਬਣੇਗੀ। ਇੱਕ ਜਿਹੜਾ ਉਹਨਾਂ ਦੀ ਸਰਕਾਰ ਨੇ ਫੈਸਲਾ ਲਿਆ, ਮੈਂ ਕਹਾਂਗਾ ਤਾਂ ਹੀ ਤਾਂ ਮੈਂ ਕਿਹਾ ਵੀ ਉਹਨਾਂ ਦੇ ਆਪਦੇ ਵਾਸਤੇ ਵੀ ਫਾਇਦਾ ਉਹਨਾਂ ਨੂੰ। ਦੋ ਤਰ੍ਹਾਂ, ਇੱਕ ਤਾਂ ਉਹਨਾਂ ਦੀ ਤੇ ਜਿਹੜੀ ਛਵੀ ਮਾੜੀ ਹੋ ਰਹੀ ਸੀ ਉਹ ਥੋੜੀ ਧੂਮਲ ਹੋ ਰਹੀ ਸੀ, ਉਹ ਸਾਫ਼ ਹੋਏਗੀ। ਦੂਜੇ ਉਹਨਾਂ ਦੇ ਆਪਦੇ ਅੰਦਰ ਵੀ ਜਿਹੜੀਆਂ ਗਤੀਵਿਧੀਆਂ ਹੋਣੀਆਂ ਨੇ ਇਹੋ ਜਿਹੀਆਂ ਤੋੜ ਭੰਨ ਦੀਆਂ, ਜਿਹੜੀਆਂ ਅੱਤਵਾਦੀ ਗਤੀਵਿਧੀਆਂ ਹੋਣੀਆਂ ਨੇ, ਜਿਹੜੀਆਂ ਜ਼ੁਲਮ ਦੀਆਂ ਗਤੀਵਿਧੀਆਂ ਹੋਣੀਆਂ ਨੇ, ਉਹਨਾਂ ਨੂੰ ਉੱਥੇ ਵੀ ਠੱਲ ਪੈਗੀ। ਜਿਹੜੇ ਮਨੁੱਖੀ ਅਧਿਕਾਰ ਦਾ ਘਾਣ ਹੁੰਦਾ ਇਹਨਾਂ ਗਤੀਵਿਧੀਆਂ ਨਵੀਆਂ, ਇਹਨੂੰ ਮਾਰ ਦੋ, ਗੋਲੀਆਂ ਚਲਾ ਦੋ, ਜੀਣ ਨਾ ਦਿਓ ਬੰਦੇ ਨੂੰ, ਕਹਿੰਦੇ ਨਾ ਵੀ ਦੇਖਾਂਗੇ ਤੂੰ ਹੁਣ 2 ਦਿਨ ਨਹੀਂ ਕੱਟ ਸਕਦਾ। ਉਹੀ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਮਨੁੱਖਤਾ ਦੇ, ਮਨੁੱਖੀ ਅਧਿਕਾਰਾਂ ਦੇ ਵੀ ਉਲਟ ਨੇ। ਤੇ ਮੈਨੂੰ ਲੱਗਦਾ ਵੀ ਜਿਹੜਾ ਕੈਨੇਡਾ ਨੇ ਫੈਸਲਾ ਲਿਆ ਹੈ ਇਹ ਫੈਸਲਾ ਚੰਗਾ ਹੈ। ਇਹ ਫੈਸਲਾ ਬੇਸ਼ੱਕ ਦੇਰ ਨਾਲ ਲਿਆ, ਕਹਿੰਦੇ ਦੇਰ ਆਏ ਦਰੁਸਤ ਆਏ, ਪਰ ਅੱਜ ਵੀ ਇਹ ਸਵਾਗਤਯੋਗ ਕਦਮ ਹੈ ਕਿ ਉੱਥੇ ਕਿਉਂਕਿ ਬਹੁਤ ਜ਼ਿਆਦਾ ਲੋਕ ਨੇ ਤੇ ਇਹੋ ਜਿਹਾ ਫੈਸਲਾ ਲੈਣਾ ਬਣਦਾ ਸੀ ਤੇ ਉਹਨਾਂ ਨੇ ਲੈ ਲਿਆ। ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ।